ਸਤਿਨਾਮ ਵਾਹਿਗੁਰੂ ਜੀਓ। ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰੱਥ। ਸੇ ਮੱਥੇ ਨੇ ਚਲ ਰਹੇ ਜੁਨ ਗੁਰ ਧਰਿਆ ਹੱਥ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਏ, ਤੇਰੇ ਗੁਣ ਗਾਵਾਂ ਦੇ ਬੁਝਾਏ। ਜੈਸੇ ਸੱਚ ਮੈਂ ਰਹੂੰ ਰਜਾਈ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਕਿਰਪਾਲਤਾ, ਮਹਾਨ ਵੱਡੀਆਂ ਬਖਸ਼ਾਂ ਜੋ ਸਾਡੇ ਮਨੁੱਖਤਾ ਦੇ ਉੱਪਰ ਹੋਈਆਂ, ਉਹਨਾਂ 'ਚੋਂ ਸਭ ਤੋਂ ਵੱਡੀ ਬਖਸ਼ਿਸ਼ ਸਤਿਗੁਰਾਂ ਨੇ ਕੀਤੀ ਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੰਪਾਦਨਾ ਕਰਨੀ। ਆਓ ਅੱਜ ਇਹੋ ਜਿਹੇ ਮਿਹਰਾਮਤਾਂ ਵਾਲੇ ਦਿਨ ਨੂੰ ਸਾਹਮਣੇ ਰੱਖ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੱਕ 10 ਗੁਰੂ ਸਾਹਿਬਾਨਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪਣੀ ਸੁਰਤੀ ਦੀ ਅੱਖ ਸਾਹਮਣੇ ਲਿਆਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਫਤਿਹ ਬੁਲਾਓ ਤੇ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮਨੁੱਖਤਾ ਦੇ ਉਸ ਦਿਨ ਕਿੰਨੇ ਭਾਗ ਚੰਗੇ ਸਨ ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਇਸ ਦੁਨੀਆ 'ਚ ਪ੍ਰਕਾਸ਼ ਹੁੰਦਾ ਹੈ। ਕਿਉਂਕਿ ਸਤਿਗੁਰਾਂ ਤੋਂ ਪਹਿਲਾਂ ਨਿਰੰਕਾਰ ਆਪਣੇ ਪੀਰ ਪੈਗੰਬਰ ਔਲੀਏ ਅਵਤਾਰਾਂ ਪੀਰਾਂ ਫਕੀਰਾਂ ਨੂੰ ਭੇਜਦਾ ਸੀ ਜਗਤ ਦਾ ਭਲਾ ਕਰਨ ਲਈ। ਉਹਨਾਂ ਨੇ ਆਪੋ ਆਪਣੀ ਵਿੱਤ ਮੁਤਾਬਕ ਹਿੱਸਾ ਪਾਇਆ, ਸੇਵਾ ਨਿਭਾਈ, ਲੋਕਾਈ ਦਾ ਭਲਾ ਵੀ ਹੋਇਆ, ਪਰ ਫਿਰ ਵੀ ਇਨਸਾਨ ਦੁਖੀ ਦਾ ਦੁਖੀ ਰਿਹਾ। ਇੱਕ ਦੁੱਖ ਹਟਿਆ ਤੇ ਨਵੇਂ ਦੁੱਖਾਂ ਦੀ ਸ਼ੁਰੂਆਤ ਹੋ ਗਈ। ਧਰਮਾਂ ਦੀਆਂ ਲਾਈਨਾਂ ਬਣ ਗਈਆਂ। ਉਹ ਧਰਮ ਹੀ ਆਪਸ ਵਿੱਚ ਟਕਰਾਉਣ ਲੱਗ ਪਏ ਤੇ ਧਰਮਾਂ ਦੇ ਆਗੂਆਂ ਨੂੰ ਵੀ ਵਿੱਚੇ ਲਿਆ। ਜਦੋਂ ਹੁਣ ਵਾਰੀ ਆਈ, ਹੁਣ ਖੁਦ ਨਿਰੰਕਾਰ ਆਪ ਇਸ ਧਰਤੀ 'ਤੇ ਪ੍ਰਵੇਸ਼ ਕਰਦਾ ਹੈ। ਉਹਦਾ ਨਾਮ ਰੱਖਿਆ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ। ਸਰੀਰ ਦਾ ਨਾਂ ਹੈ, ਅੰਦਰ ਪਰਮਾਤਮਾ ਦੀ ਆਪਣੀ ਜੋਤ ਵਰਤ ਰਹੀ ਹੈ। ਉਹ ਜੋਤ ਤਾਂ ਹੀ ਪਹਿਲੇ ਦਿਨ ਜਦੋਂ ਸਤਿਗੁਰੂ ਜੀ ਇਸ ਧਰਤੀ 'ਤੇ ਚਰਨ ਪਾਉਂਦੇ, ਉਸੇ ਦਿਨ ਤੋਂ ਉਸ ਜੋਤ ਦੇ ਝਲਕਾਰੇ ਦੌਲਤਾਂ ਦਾਈ ਤੋਂ ਸ਼ੁਰੂ ਹੋ ਜਾਂਦੇ ਨੇ। ਨਿਰੰਕਾਰ ਨੇ ਕੋਈ ਹਿਸਾਬ ਕਿਤਾਬ ਨਹੀਂ ਲੋਕਾਂ ਨਾਲ ਕੀਤਾ ਵੀ ਕਰਮਾਂ ਦੀ ਸਜ਼ਾ ਕੋਈ ਤੁਸੀਂ ਭੋਗੋਗੇ, ਚਾਹੇ ਕਹਿਣਾ ਮਰ ਕੇ ਸੁਖੀ ਹੋਵੋਗੇ, ਹੁਣ ਦੁੱਖ ਪਾਓ। ਨਹੀਂ, ਆਉਂਦਿਆਂ ਸਾਰ ਸਤਿਗੁਰਾਂ ਨੇ ਸੁੱਖ ਵੰਡਣਾ ਸ਼ੁਰੂ ਕੀਤਾ ਹੈ। ਮਹਾਰਾਜ ਜੀ ਦੇ ਅੰਦਰ ਉਹ ਨਿਰੰਕਾਰ ਦੀ ਜੋਤ ਹੈ। ਇਹਦੇ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹੀ ਸਾਡੀ ਅਗਵਾਈ ਕਰਦੇ ਆਏ ਤੇ ਕਰ ਰਹੇ ਨੇ। ਜੁਗਾਂ ਤੱਕ ਇਹਨਾਂ ਤੋਂ ਅਗਵਾਈ ਲੈਣੀ। ਉਹਨਾਂ ਦਾ ਹੁਕਮ ਹੈ ਆਪਣਾ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਅਕਾਲ ਪੁਰਖ ਜਗਤ ਵਿੱਚ ਪ੍ਰਵੇਸ਼ ਕੀਤਾ। ਕਿਵੇਂ ਕੀਤਾ? ਨਿਰੰਕਾਰ ਆਕਾਰ, ਜਿਸ ਵਾਹਿਗੁਰੂ ਦਾ ਕੋਈ ਆਕਾਰ ਨਹੀਂ, ਹੁਣ ਆਕਾਰ ਬਣਾ ਲਿਆ। ਕਿਵੇਂ? ਜੋਤ ਜਗ ਮੰਡਲ ਕਰਿਓ। ਇਸ ਜਗਤ ਵਿੱਚ ਆਪਣੀ ਜੋਤ ਟਿਕਾ ਦਿੱਤੀ ਹੈ। ਜਿਸ ਪਾਵਨ ਪਵਿੱਤਰ ਸਰੂਪ ਵਿੱਚ ਉਹ ਜੋਤ ਟਿਕੀ ਪਿਆਰਿਓ, ਉਹਦਾ ਉਦੋਂ ਨਾਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਹੈ, ਜਿਨ੍ਹਾਂ ਦੀ ਰਾਏ ਭੋਏ ਦੀ ਤਲਵੰਡੀ ਤੋਂ ਸ਼ੁਰੂਆਤ ਹੁੰਦੀ ਹੈ। ਮਹਿਤਾ ਕਲਿਆਣ ਚੰਦ ਤੇ ਮਾਂ ਤ੍ਰਿਪਤਾ ਮਾਪੇ ਬਣਦੇ ਹਨ। ਭੈਣ ਨਾਨਕੀ ਨੂੰ ਉਸ ਦਾ ਭੈਣ ਬਣਨ ਦਾ ਮਾਣ ਹੈ। ਸੋ ਗੱਲ ਕਰਾਂ, ਪਹਿਲਾਂ ਤਾਂ ਉਹ ਭਾਗ ਚੰਗੇ ਸਨ, ਉਸ ਤੋਂ ਬਾਅਦ ਦੂਸਰੀ ਸਾਡੇ ਤੇ ਇਹ ਕਿਰਪਾ ਹੋਈ। ਜਰਾ ਲੜੀਵਾਰ ਵੇਖਣਾ। ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਖਾੜੇ ਦੇ ਸੰਬੰਧ ਵਿੱਚ ਅੱਜ ਬਚਨ ਸਾਂਝੇ ਕਰਨੇ। ਪਰ ਚਾਹੁੰਦਾ ਪਿਛੋਕੜ ਤੋਂ ਲੈ ਕੇ ਵੇਖੀ ਸਾਡੇ ਤੇ ਕਿਵੇਂ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀਆਂ ਸਤਿਗੁਰਾਂ ਨੇ ਮੇਰਾ ਹੀ ਮੇਰਾ ਕੀਤੀਆਂ ਨੇ, ਜਿਨ੍ਹਾਂ ਦਾ ਬਦਲ ਜਗਤ ਵਿੱਚ ਅੱਜ ਤੱਕ ਨਹੀਂ ਹੋਇਆ ਤੇ ਨਾ ਕਦੇ ਕੋਈ ਹੋ ਸਕੇਗਾ। ਇੱਕ ਵਿਦਵਾਨ, ਜਿਸ ਬਾਰੇ ਹਰ ਵਿਦਵਾਨ ਉਸ ਦੀ ਕਿਤਾਬ ਜਾਂ ਉਹਦਾ ਹਵਾਲਾ ਦਿੰਦਾ ਹੈ, ਉਸ ਦਾ ਨਾਮ ਪਰਲ ਬਕ ਲਿਆ ਗਿਆ। ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਟੱਡੀ ਕੀਤੀ, ਸਿੱਖ ਧਰਮ ਤੋਂ ਜਾਣੂ ਹੋਈ। ਬਸ ਉਹਦਾ ਸਿਰ ਹੀ ਸਿਰ ਝੁਕਦਾ ਗਿਆ ਤੇ ਕਹਿਣ ਲੱਗੀ ਮੈਨੂੰ ਚਕਰਿਤ ਕਰ ਦਿੱਤਾ ਹੈ। ਇੱਕ ਵੱਖਰਾ ਜਿਹਾ ਸੁਭਾਅ, ਇੱਕ ਕਹਿ ਆਨੰਦ ਇਹੋ ਜਿਹਾ ਬਣਦਾ ਹੈ। ਕਿਸੇ ਹੋਰ ਮੰਡਲ ਵਿੱਚ ਪਹੁੰਚ ਜਾਂਦੀ ਹਾਂ ਅਤੇ ਉਹਨੇ ਗੱਲ ਲਿਖੀ ਹੈ, ਕਹਿਣ ਲੱਗੇ ਭਈ ਸਾਇੰਸ ਹੁਣ ਜਿਹੜੀਆਂ ਗੱਲਾਂ ਦੀ ਖੋਜ ਕਰ ਰਹੀ ਹੈ, ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਉਹ ਪਹਿਲਾਂ ਹੀ ਉਹ ਬਚਨ ਲਿਖੇ ਹਨ। ਸਾਇੰਸ ਨੇ ਤਾਂ ਬਿਲਕੁਲ ਅਜੇ ਥੋੜ੍ਹਾ ਜਿਹਾ ਖੋਜ ਕੀਤੀ ਹੈ। ਉਹ ਕਹਿੰਦੀ ਜੇ ਮੰਨ ਲਓ ਹੁਣ ਦੁਬਾਰਾ ਸਤਿਗੁਰੂ ਸਾਹਿਬਾਨ ਸਰੀਰ ਕਰਕੇ ਇਸ ਦੁਨੀਆ 'ਚ ਆਉਣ, ਉਹਨਾਂ ਨੂੰ ਦੁਬਾਰਾ ਲਿਖਣਾ ਪਵੇ ਇਸ ਜਗਤ ਦਾ ਅਤੇ ਪਰਮੇਸ਼ਰ ਦਾ ਸੰਬੰਧ ਜੋ ਹੈ, ਤਾਂ ਉਹ ਕੀ ਲਿਖਣਗੇ? ਫਿਰ ਆਪ ਹੀ ਜਵਾਬ ਦਿੰਦੀ ਹੈ, ਇਹ ਸਾਇੰਸ ਕੁਝ ਵੀ ਨਹੀਂ, ਜੋ ਪਹਿਲਾਂ ਲਿਖ ਦਿੱਤਾ ਹੈ ਉਹ ਇੰਨਾ ਕੁਝ ਹੈ। ਯੁੱਗ ਬੀਤ ਜਾਣਗੇ ਉਹ ਖਜ਼ਾਨਾ ਮੁੱਕਣਾ ਨਹੀਂ, ਜਗਤ ਉਹਨੂੰ ਖੋਲ ਖੋਲ ਕੇ ਸੁੱਖ ਲੈਂਦਾ ਰਹੇਗਾ। ਤਾਂ ਮੈਂ ਬੇਨਤੀ ਕਰ ਲੱਗਾ ਵਾਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੇਵਲ ਪਿਆਰਿਓ ਗ੍ਰੰਥ ਨਹੀਂ ਹਨ, ਦੋ ਸ਼ਬਦਾਂ ਦਾ ਜੋੜ ਹੈ ਨਾ। ਗ੍ਰੰਥ ਬਾਹਰਲਾ ਸਰੂਪ ਜਿਵੇਂ ਬਾਕੀ ਗ੍ਰੰਥ ਹੁੰਦੇ, ਨਾਲ ਸ਼ਬਦ ਜੁੜਿਆ ਗੁਰੂ, ਜਿਹੜੀ ਅੰਦਰ ਪ੍ਰਤੱਖ ਗੁਰੂ ਜੋਤ ਦੀ ਕਲਾ ਵਰਤਦੀ ਹੈ, ਉਹ ਅੰਦਰਲੀ ਜੋਤ ਦਾ ਪ੍ਰਤੀਕ ਹੈ। ਪਰ ਉਹ ਪਹਿਲਾ ਜੋਤ ਸਰੀਰ ਵਿੱਚ ਆਈ ਧੰਨ ਗੁਰੂ ਨਾਨਕ ਸਾਹਿਬ ਜੀ ਅੰਦਰ। ਹੁਣ ਹੋਇਆ ਕਿ ਜਿਤਨੇ ਪੀਰ ਪੈਗੰਬਰ ਆਏ ਨੇ, ਉਹ ਜਦੋਂ ਆਪਣਾ ਚੋਲਾ ਬਦਲਦੇ ਨੇ ਬਸ ਉੱਥੇ ਕਹਾਣੀ ਮੁੱਕ ਜਾਂਦੀ। ਉਹਨਾਂ ਨੇ ਜੋਤ ਨਹੀਂ ਜਗਾਈ। ਜੇ ਜੋਤ ਜਗਾਈ ਇਸ ਦੁਨੀਆ ਵਿੱਚ ਆ ਕੇ ਤੇ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ। ਆਪਾਂ ਆਖਦੇ 10 ਗੁਰੂ ਸਾਹਿਬਾਨਾਂ ਦੀ ਜੋਤ ਮਹਾਰਾਜ ਦੇ ਸਰੀਰਾਂ ਵਿੱਚ ਜੋਤ ਆਈ। ਉਹੀ ਜੋਤ ਜਦੋਂ ਪਿਆਰਿਓ ਦੂਜੇ ਤੀਜੇ ਚੌਥੇ ਪੰਜਵੇਂ ਜਾਮੇ ਵਿੱਚ ਆਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹ ਜੋਤ। ਫਿਰ 5 ਗੁਰੂ ਸਾਹਿਬਾਨ ਹੋਏ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਮਿਹਰ ਕੀਤੀ। ਉਹਨਾਂ ਨੇ ਫਿਰ ਉਹ ਬਚਨ ਦੁਹਰਾਏ ਹਨ, ਕਿਉਂਕਿ 2 ਘਟਨਾਵਾਂ ਨੇ ਨਾ ਵੱਡੀਆਂ। ਜਦੋਂ 1604 30 ਅਗਸਤ ਨੂੰ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਹੁੰਦਾ ਹੈ, ਉਹਨੂੰ ਅਸੀਂ ਪ੍ਰਕਾਸ਼ ਦਿਖਾੜਾ ਕਹਿੰਦੇ। ਗੁਰਤਾ ਗੱਦੀ ਦਿਵਸ ਹੈ, ਜੋ ਖਜੂਰ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1708 ਵਿੱਚ ਜਿਹੜੀ ਘਟਨਾ ਘਟੀ, ਉਦੋਂ ਸਾਹਿਬਾਂ ਦਾ ਗੁਰਤਾ ਗੱਦੀ ਪੁਰਬ ਹੈ। ਇਹ ਸਾਰਾ ਕੁਝ ਥੋੜ੍ਹਾ ਜੋੜ ਕੇ ਵੇਖਣ ਦਾ ਯਤਨ ਕਰੀਏ, ਥੋੜ੍ਹਾ ਧੀਰਜ ਨਾਲ। ਭਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਾਰੇ ਗੱਲ ਕਰਨੀ ਕੋਈ ਸੌਖੀ ਨਹੀਂ, ਪਰ ਐਵੇਂ ਪਿਆਰਿਓ ਸਾਗਰਾਂ ਦੇ ਸਾਗਰਾਂ ਤੋਂ ਵੀ ਵੱਡੇ ਨੇ। ਇੱਕ ਐਵੇਂ ਇੱਕ ਕਿਣਕੇ ਤੋਂ ਵੀ ਹਜ਼ਾਰਾਂ ਗੁਣਾ ਛੋਟਾ, ਜੋ ਨਾ ਸਮਝ ਪਾਈ ਕੇਵਲ ਉਹ ਅਸੀਂ ਬਿਆਨ ਕਰ ਰਹੇ ਹਾਂ।
ਮੈਂ ਬੇਨਤੀ ਕਰਨ ਲੱਗਾ ਸੀ, ਗੁਰੂ ਅੰਗਦ ਸਾਹਿਬ ਵਿੱਚ ਜੋਤ ਆ ਗਈ। ਧੰਨ ਗੁਰੂ ਨਾਨਕ ਸਾਹਿਬ ਨੇ 10 ਜਾਮੇ 10 ਸਰੀਰਾਂ ਵਿੱਚ ਉਹ ਜੋਤ ਜਗਾਈ ਹੈ। ਕੋਈ ਫਰਕ ਨਹੀਂ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ, ਜੋਤ ਉਹੀ ਹੈ, ਕੇਵਲ ਸਰੀਰ ਬਦਲਿਆ, ਨਾਂ ਬਦਲਿਆ। ਜਿਵੇਂ ਉਹ 10 ਨਾਂ ਬਦਲੇ ਨੇ, ਜੋਤ ਉਹੀ ਸੀ। ਬਿਲਕੁਲ ਇਸੇ ਤਰ੍ਹਾਂ ਜੋਤ ਉਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਂ ਰੱਖ ਦਿੱਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਉਹ ਜੋਤ ਉਹੀ ਜਗਮਗਾ ਰਹੀ ਹੈ, ਉਹ ਜੋਤ ਹੀ। ਪਰ ਉਸ ਨੂੰ ਨਾ, ਜੋਤ ਨੂੰ ਸਤਿਗੁਰੂ ਜੀ ਦੱਸਦੇ ਨੇ, ਇਹਨਾਂ ਅੱਖਾਂ ਨਾਲ ਕੋਈ ਵੇਖੇ ਤੇ ਜੋਤ ਨਹੀਂ ਦਿਸੇਗੀ। ਇਹਨਾਂ ਅੱਖਾਂ ਨਾਲ ਤੇ ਕੇਵਲ ਅਸੀਂ ਸਤਿਕਾਰ ਨਾਲ ਜੋ ਸੁਣਿਆ ਵੀ ਸਾਡੇ ਮਹਾਰਾਜ ਜੀ ਨੇ, ਅਸੀਂ ਉਹ ਜਾਣ ਕੇ ਸਿਰ ਝੁਕਾ ਸਕਦੇ ਹਾਂ, ਪਰ ਜੋਤ ਰੂਪ ਵਿੱਚ ਨਹੀਂ। ਜੋਤ ਹੈ ਜਦੋਂ ਦਿਸਦੀ ਏ, ਉਹ ਭਾਵਨਾ ਤੇ ਸ਼ਰਧਾ ਵਾਲਿਆਂ ਨੂੰ ਉਹ ਜੋਤ ਨਜ਼ਰ ਆਉਂਦੀ ਹੈ। ਜਦੋਂ ਕੋਈ ਕਮਾਈ ਕਰਦਾ ਹੈ ਗੁਰੂ ਸ਼ਬਦ ਦੀ, ਪਿਆਰਿਓ, ਸ੍ਰੀਮਾਨ ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਗਿਆ ਸੀ, ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀਓ, ਤੁਹਾਡੇ ਉੱਤੇ ਕਿਰਪਾ ਹੋਈਏ, ਤੁਹਾਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਹ ਕਲਮ ਪਕੜਾਈ ਜਿਸ ਕਲਮ ਨੇ ਧੁਰ ਬਾਣੀ, ਅਕਾਲ ਪੁਰਖ ਦੇ ਘਰੋਂ ਆਈ ਪਵਿੱਤਰ ਬਾਣੀ, ਨਿਰੰਕਾਰ ਦੇ ਆਪਣੇ ਬੋਲਾਂ ਨੂੰ ਲਿਖਣ ਦਾ ਮਾਣ ਦਿੱਤਾ ਏ। ਭਾਈ ਗੁਰਦਾਸ ਸਾਹਿਬ, ਤੁਸੀਂ ਬਹੁਤ ਨੇੜੇ ਹੋ। ਬਾਹਰੋਂ ਤਾਂ ਸਰੀਰ ਕਰਕੇ ਨੇੜੇ ਖੈਣ, ਕਰਮਾਂ ਭਾਗਾਂ ਵਾਲੇ ਖੈਣ ਹੀ, ਪਰ ਅੰਦਰੋਂ ਬਹੁਤ ਨੇੜੇ ਖਾਨ। ਇੰਨਾ ਨੇੜੇ ਖਾਨ ਭਾਈ ਸਤਿਗੁਰੂ ਜੀ ਮਿਹਰ ਕਰਕੇ, ਗੁਰੂ ਕੇ ਪਿਆਰਿਓ, ਅੰਦਰਲੇ ਸਾਰੇ ਖਜ਼ਾਨੇ ਦੇ ਉਹਨਾਂ ਨੂੰ ਸੁਰਤੀ ਨਾਲ ਦਰਸ਼ਨ ਕਰਵਾਉਂਦੇ। ਉਹਨਾਂ ਦਾ ਇੱਕ ਬਚਨ ਹੈ, ਉਹ ਕਹਿੰਦੇ, ਤੁਸੀਂ ਵੇਖੋ, ਜਦੋਂ ਕੋਈ ਘਰ ਪ੍ਰਾਹੁਣਾ ਹੁੰਦਾ ਹੈ ਨਾ, ਘਰ 'ਚ ਸਾਜੋ ਸਮਾਨ ਤੇ ਪਹਿਲਾਂ ਵੀ ਪਿਆ ਹੁੰਦਾ, ਰੋਜ਼ ਰੋਟੀ ਖਾਈ ਦੀ, ਪਰ ਜਦੋਂ ਪ੍ਰਾਹੁਣਾ ਹੁੰਦਾ ਤੇ ਜਿਹੜਾ ਵਧੀਆ ਤੋਂ ਵਧੀਆ ਅਸੀਂ ਭੋਜਨ ਤਿਆਰ ਕਰੀਦਾ, ਕੋਈ ਕੜਾਹ ਪੂੜੀਆਂ ਬਣਾਉਂਦਾ, ਕੋਈ ਛੋਲੇ ਪੂੜੀਆਂ, ਕੋਈ ਕਈ ਤਰ੍ਹਾਂ ਦੀਆਂ ਸਬਜ਼ੀਆਂ, ਕਈ ਪਕਵਾਨ ਬਣਾਏ ਜਾਂਦੇ ਹਨ। ਕਾਹਦੇ ਲਈ? ਅੱਜ ਮਹਿਮਾਨ ਆਇਆ ਹੈ, ਇਹਨਾਂ ਦੀ ਸੇਵਾ ਕਰੀਏ, ਜਿਹਨੂੰ ਵੇਖ ਕੇ ਮਹਿਮਾਨ ਖੁਸ਼ ਹੋਵੇ। ਭਾਈ ਸਾਹਿਬ ਕਹਿੰਦੇ, ਜੈਸੇ ਖਾਣ ਚੂਨ ਕ੍ਰਿਤ ਹੋਤ ਘਰ ਹੀ ਵਿਖੇ ਪੈ, ਪ੍ਰਾਹੁਣਾ ਕੇ ਆਏ ਪੂਰੇ ਕੇ ਖਵਾਏ ਖਾਈਏ। ਪ੍ਰਾਹੁਣੇ ਨੂੰ ਖਵਾਏ ਜਾਂਦੇ ਹਨ। ਪਹਿਲਾਂ ਵੀ ਪਦਾਰਥ ਆਪ ਤੇ ਕਹੀਦਾ ਚਲੋ ਜਿਵੇਂ ਦੀ ਖਾ ਲਓ, ਪਰ ਮਹਿਮਾਨ ਦੀ ਰੱਜ ਕੇ ਸੇਵਾ ਕਰੋ, ਜੋ ਵੀ ਵੱਧ ਤੋਂ ਵੱਧ ਤੁਹਾਡੇ ਕੋਲ ਭੋਜਨ ਦੁਆਰਾ ਹੋ ਸਕਦੀ। ਦੂਜਾ ਅਸੀਂ ਵੇਖਦੇ ਹਾਂ, ਘਰ 'ਚ ਗਹਿਣੇ ਗੱਟੇ ਖੁੰਦੇ, ਕੱਪੜੇ ਵਧੀਆ, ਪਰ ਉਹ ਰੋਜ਼ ਤੇ ਨਹੀਂ ਨਾ ਪਾਏ ਜਾਂਦੇ। ਜਦੋਂ ਵਿਆਹ ਸ਼ਾਦੀ ਆਵੇ, ਉਦੋਂ ਕੀਮਤੀ ਤੋਂ ਕੀਮਤੀ ਜਿਹੜਾ ਕੱਪੜਾ ਹੈ, ਯਤਨ ਹੁੰਦਾ ਹੈ ਵੀ ਉਹ ਕੱਪੜਾ ਤਨ 'ਤੇ ਪਹਿਨ ਕੇ ਰਿਸ਼ਤੇਦਾਰਾਂ ਵਿੱਚ ਖਲੋਤਾ ਜਾਵੇ, ਕੀਮਤੀ ਗਹਿਣੇ ਪਾ ਕੇ ਖਲੋਤਾ ਜਾਵੇ। ਉਹਨਾਂ ਦੇ ਸਾਹਮਣੇ ਜੋ ਕੁਛ ਘਰ ਵਿੱਚ ਉਹਨੂੰ ਪ੍ਰਗਟ ਕਰ ਦਿੱਤਾ ਜਾਂਦਾ। ਭਾਈ ਸਾਹਿਬ ਕਹਿੰਦੇ, ਜੈਸੇ ਚੀਰ ਖਾਰ ਮੁਕਤਾ ਕਨਕ ਆਭਰਨ ਪੈ, ਵਿਆਹ ਕਾਜ ਸਾਜ ਤਨ ਸੁਜਨ ਦਿਖਾਈਏ। ਉਹ ਵਿਖਾ ਦਿੱਤਾ ਜਾਂਦਾ ਹੈ। ਕਹਿੰਦੇ, ਜੈਸੇ ਖੀਰਾ ਮਾਨਕ ਅਮੋਲ ਖੋਤ ਖਾਟ ਹੀ ਮੈਂ, ਗਾਹ ਕਹਿ ਦਿਖਾਏ ਬਿੜਤਾ ਬਸ਼ੇਕ ਪਾਈਏ। ਜਦੋਂ ਕੋਈ ਜੌਹਰੀ ਦੀ ਦੁਕਾਨ 'ਤੇ ਸੁਨਿਆਰੇ ਦਿੱਤੇ ਜਾਂਦਾ, ਉਹਨੇ ਕੁਝ ਗਹਿਣੇ ਸਾਹਮਣੇ ਸਜਾਏ ਨੇ, ਗਾਹਕ ਦੇ ਸਾਹਮਣੇ ਰੱਖਦਾ ਹੈ। ਉਹ 1 2 4 ਨੂੰ ਵੇਖਦਾ ਹੈ, ਕਹਿੰਦਾ ਮੇਰੇ ਕੋਲ ਹੋਰ ਵੀ ਬੜੇ ਲਾਲ ਕੀਮਤੀ ਖੀਰੇ ਪਏ, ਉਹ ਪਿੱਛੇ ਰੱਖੇ ਨੇ। ਉਹ ਲਿਆ ਕੇ ਕੱਢ ਕੇ ਸਭੋ ਕੁਝ ਕੀਮਤੀ ਤੋਂ ਕੀਮਤੀ ਰੱਖਦਾ ਤਾਂ ਕਿ ਗਾਹਕ ਲੈ ਕੇ ਜਾਵੇ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ ਭਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲ ਗੁਰੂ ਸ਼ਬਦ ਲਾਇਆ, ਕਹਿੰਦੇ ਉਹ ਪਰਮੇਸ਼ਰ ਦੀ ਜੋਤ ਵਰਤਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਉਹ ਜੋਤ ਸਾਨੂੰ ਤੇ ਨਜ਼ਰ ਨਹੀਂ ਆ ਰਹੀ, ਉੱਦਾਂ ਹੀ ਮੰਨ ਲਈਏ ਭਈ ਤੁਸਾਂ ਨੇ ਕਿਹਾ ਹੈ ਜਾਂ ਸਤਿਗੁਰਾਂ ਨੇ ਕਿਹਾ ਤੇ ਮੰਨ ਲਈਏ। ਸਾਨੂੰ ਤਾਂ ਜੋਤ ਜਾਂ ਗੁਰੂ ਅਸੀਂ ਕਿਵੇਂ, ਕਿਉਂਕਿ ਗ੍ਰੰਥ 'ਚ ਇਹ ਲਿਖਿਆ ਹੈ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਭਾਵੇਂ ਲਿਖਾਇਆ ਹੈ। ਸਾਨੂੰ ਇਹਦੇ ਬਾਰੇ ਦੱਸੋ, ਉਹ ਜੋਤ ਕਿਵੇਂ ਹੈ ਮਹਾਰਾਜ ਜੀ ਅੰਦਰ ਪਰਮੇਸ਼ਰ ਦੀ, ਇਸ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਜੋਤੀ ਕਿਵੇਂ ਸੁਭਾਏਮਾਨ ਹੈ। ਤੇ ਭਾਈ ਸਾਹਿਬ ਜੀ ਕਹਿੰਦੇ, ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਏ। 3 ਬਚਨ ਕਹੇ ਨੇ। ਉਹ ਕੀ ਕਹਿਣ ਲੱਗੇ, 3 ਕੰਮ ਕਰਨੇ ਪੈਣਗੇ ਤਾਂ ਇਹਨਾਂ ਵਿੱਚੋਂ ਉਹ ਰਹਿਮਤ ਪ੍ਰਗਟ ਹੋਏਗੀ ਜਿਹੜੀ ਸਤਿਗੁਰਾਂ ਨੇ ਛਿਪਾ ਕੇ ਰੱਖੀ ਹੈ। ਪਿਆਰਿਓ,
ਕਹਿੰਦੇ ਜਿਵੇਂ ਘਰ ਅੰਦਰ ਕੀਮਤੀ ਤੋਂ ਕੀਮਤੀ ਭੋਜਨ ਨੇ ਪਰ ਪ੍ਰਾਹੁਣੇ ਦੇ ਸਾਹਮਣੇ ਰੱਖੀਦਾ ਹੈ, ਅਕਾਲ ਪੁਰਖ ਦੇ ਘਰ ਮਨੁੱਖਤਾ ਦੇ ਭਲੇ ਲਈ ਜਿਹੜਾ ਕੀਮਤੀ ਤੋਂ ਕੀਮਤੀ ਖਜ਼ਾਨਾ ਸੀ ਉਹ ਗੁਰੂ ਅਰਜਨ ਸਾਹਿਬ ਨੇ ਸਾਡੇ ਮਨੁੱਖਤਾ ਦੇ ਸਾਹਮਣੇ ਰੱਖ ਦਿੱਤਾ ਹੈ। ਜਿਵੇਂ ਘਰ ਅੰਦਰ ਗਹਿਣੇ ਤੇ ਕੱਪੜਾ ਬਹੁਤ ਕੀਮਤੀ ਪਰ ਮਹਿਮਾਨਾਂ ਦੇ ਸਾਹਮਣੇ ਰੱਖਿਆ ਵਿਆਹ ਵੇਲੇ, ਕਹਿੰਦੇ ਜੋ ਰੱਬ ਦੇ ਘਰ ਕੀਮਤੀ ਤੋਂ ਕੀਮਤੀ ਬਚਨ ਨੇ, ਜਿਹਦੇ ਤੋਂ ਵੱਡਾ ਕੋਈ ਬਚਨ ਨਹੀਂ, ਉਹ ਹੈ ਗੁਰੂ ਕੀ ਬਾਣੀ। ਜਿਹੜੀ ਧੁਰ ਕੀ ਬਾਣੀ ਆਈ ਉਹ ਸਾਹਿਬਾਂ ਦੀ ਜ਼ੁਬਾਨ 'ਤੇ ਬਿਠਾ ਕੇ ਸਤਿਗੁਰਾਂ ਨੇ ਸਾਡੇ ਭਲੇ ਲਈ ਸਾਡੇ ਸਾਹਮਣੇ ਸੁਭਾਇਮਾਨ ਕੀਤੀ ਹੈ। ਕਹਿੰਦੇ ਜਿਵੇਂ ਕਿਸੇ ਸੁਨਿਆਰੇ ਕੋਲ ਖੀਰੇ ਮੋਤੀ ਲਾਲ ਪਿੱਛੇ ਪੈਂਦੇ ਉਹ ਗਾਹਕ ਦੇ ਸਾਹਮਣੇ ਰੱਖਦਾ, ਸਤਿਗੁਰਾਂ ਨੇ ਦਰਗਾਹ ਦਾ ਪਿਆਰਿਓ ਉਹ ਸੁੱਖ ਲਿਆਂਦਾ ਕੀਮਤੀ ਤੋਂ ਕੀਮਤੀ, ਜਿਹਨੂੰ ਲੈ ਕੇ ਦੁਨੀਆ ਦਾ ਹਰ ਮਨੁੱਖ ਕੀਮਤੀ ਤੋਂ ਕੀਮਤੀ ਖਜ਼ਾਨਿਆਂ ਦਾ ਮਾਲਕ ਕੀ ਖੁਦ ਰੱਬ ਹੀ ਬਣ ਸਕਦਾ ਹੈ। ਇਹ ਜੋਤ ਵੇਖੇਗਾ ਨਹੀਂ, ਜੋਤ ਖੋ ਜਾਏਗਾ। ਇਹ ਸਤਿਗੁਰੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚੋਂ ਵੇਖੇਗਾ ਨਹੀਂ ਜਿਵੇਂ ਕਿਸੇ ਬੰਦਿਆਂ ਨੂੰ ਦੇਖੀਦਾ ਨਹੀਂ। ਇਹ ਜਦੋਂ ਦੇਖੇਗਾ ਸਤਿਗੁਰੂ ਦਿਖਾਣਗੇ, ਸਤਿਗੁਰੂ ਉਹਨੂੰ ਆਪਣਾ ਰੂਪ ਹੀ ਬਣਾ ਲੈਂਦੇ ਹਨ। ਉਹਨੂੰ ਫਿਰ ਵੱਖਰਾ ਨਹੀਂ ਕਰਦੇ, ਪਰ ਉਹ ਕਲਾ ਕਿਵੇਂ ਵਰਤਦੀ ਹੈ, ਕਿਉਂਕਿ ਸਾਹਿਬਾਂ ਦਾ ਪ੍ਰਕਾਸ਼ ਦਿਖਾੜਾ ਹੈ। ਆਪਾਂ ਵੇਖਣਾ ਹੈ ਉਹ ਪ੍ਰਕਾਸ਼ ਅੰਦਰ ਕਿਵੇਂ ਆਵੇ, ਜੋਤ ਕਿਵੇਂ ਦਿਸੇ, ਸਤਿਗੁਰੂ ਵਾਲੀ ਉਹ ਰਹਿਮਤ ਕਿਵੇਂ ਨਜ਼ਰ ਆਏ। ਭਾਈ ਸਾਹਿਬ ਕਹਿੰਦੇ ਮਿਲ ਗੁਰਸਿੱਖ ਪਹਿਲਾ ਕੰਮ ਕੀ ਕਰਨ ਆਏ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਮਿਲ ਕੇ ਗੁਰੂ ਕੇ ਸਿੱਖ ਇਕੱਠੇ ਹੋਣ, ਸਿੱਖਿਆ ਲੈਣ ਵਾਲੀ ਬਿਰਤੀ ਬਣਾ ਕੇ ਆਓ। ਸਿੱਖ ਦਾ ਮਤਲਬ ਜਿਹੜਾ ਸਿੱਖਣ ਆਇਆ, ਜਿਹੜਾ ਕਹਿੰਦਾ ਮੈਨੂੰ ਪਤਾ ਏ ਮੈਂ ਜਾਣਦਾ ਖਾਂ, ਉਹਨੂੰ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੱਲੋਂ ਕੁਝ ਨਹੀਂ ਮਿਲਣਾ, ਕਿਉਂਕਿ ਤੂੰ ਤੇ ਜਾਣਦਾ। ਇਹ ਕਹਾਣੀ ਤਾਂ ਜਿਹੜਾ ਸਿੱਖ ਬਣ ਕੇ ਸਿੱਖਣ ਲਈ ਆਇਆ। ਸਾਹਿਬ ਕਹਿੰਦੇ ਜਿਹੜਾ ਗੁਰੂ ਕੋਲੋਂ ਸਿੱਖਣ ਆਇਆ ਏ ਉਹ ਗੁਰਸਿੱਖ ਹੈ। ਉਹ ਜਦੋਂ ਮਿਲਣਗੇ, ਮਿਲ ਕੇ ਫਿਰ ਇਸ ਗੁਰਬਾਣੀ ਨੂੰ ਪੜ੍ਹਨਾ ਇੱਕ ਕੰਮ, ਦੂਸਰਾ ਇਹ ਗੁਰਬਾਣੀ ਨੂੰ ਸੁਣਨਾ ਦੂਜਾ ਕੰਮ, ਤੇ ਤੀਜਾ ਪੜ੍ਹਨ ਸੁਣਨ ਤੋਂ ਬਾਅਦ ਲਿਵ ਲਾਣੀ, ਧਿਆਨ ਵਿੱਚ ਬੈਠੋ। ਇੱਕੋ ਵਕਤ ਦੋ ਕਲਾ ਵਰਤਦੀਆਂ ਨੇ। ਜਦੋਂ ਲਿਵ ਲੱਗਦੀ ਏ, ਲਿਵ ਤੋਂ ਬਾਅਦ ਕੀ ਅੰਦਰ ਸਰੀਰਾਂ ਆਪਣੇ ਅੰਦਰ ਵੀ ਉਹ ਚੀਜ਼ ਪ੍ਰਗਟ ਹੁੰਦੀ, ਉਹ ਹੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚੋਂ ਪ੍ਰਗਟ ਹੁੰਦੀ ਨਜ਼ਰ ਆ ਰਹੀ ਏ। ਬੰਦੇ ਨੂੰ ਪਤਾ ਨਹੀਂ ਲੱਗਦਾ ਮੈਂ ਇਹ ਰਹਿਮਤ ਜਿਹੜੀ ਮਾਣ ਰਿਹਾ ਕਿੱਥੋਂ ਆਈ, ਫਿਰ ਲੱਗਦਾ ਸਰੀਰ ਤੱਕ ਹੈ ਹੀ ਨਹੀਂ, ਸਾਰਾ ਕੁਝ ਉਧਰੋਂ ਨਜ਼ਰ ਆ ਰਿਹਾ ਹੈ। ਮਤਲਬ ਕੀ ਹੈ, ਲਿਵ ਤੋਂ ਬਗੈਰ, ਬੰਦਗੀ ਤੋਂ ਬਗੈਰ, ਭਾਵਨਾ ਤੋਂ ਬਗੈਰ, ਸ਼ਰਧਾ ਤੋਂ ਬਗੈਰ, ਸਿੱਖ ਬਣਨ ਤੋਂ ਬਗੈਰ ਸਤਿਗੁਰਾਂ ਤੋਂ ਲਾਭ ਨਹੀਂ ਲਿਆ ਜਾ ਸਕਦਾ। ਅਸਲੀ ਲਾਭ ਉਦੋਂ ਹੀ ਹੈ ਜਦੋਂ ਗੁਰੂ ਕੇ ਪਿਆਰਿਓ ਅਸੀਂ ਗੁਰਬਾਣੀ ਰੱਜ ਕੇ ਪੜ੍ਹਾਂਗੇ, ਫਿਰ ਗੁਰਬਾਣੀ ਸੁਣਾਂਗੇ, ਸੁਣ ਕੇ ਲਿਵ ਲਾਵਾਂਗੇ, ਲਿਵ ਲੱਗ ਜਾਏ। ਇਹ ਸਾਰਾ ਕੁਝ ਇਕੱਠਾ ਹੀ ਕਰਨਾ ਹੁੰਦਾ। ਆਪ ਜੀ ਜਾਣਦੇ ਹੋ, ਪੜ੍ਹਾਂਗੇ ਪਹਿਲਾਂ ਤਾਂ ਕੇਵਲ ਬਾਹਰੋਂ ਪੜ੍ਹੀ ਦਾ, ਅੰਦਰ ਜਾਂਦੀ ਨਹੀਂ, ਪੜ੍ਹਦੇ ਅੰਦਰ ਜਾਵਾਂਗੇ। ਸੁਣਨ ਦੀ ਬਹੁਤ ਮਹਾਤਮ ਹੈ। ਇੱਕ ਤੇ ਨਾ ਬਾਹਰਲੇ ਕੰਨਾਂ ਨਾਲ ਸੁਣਨਾ, ਜਿਉਂ ਸਤਿਗੁਰੂ ਜੀ ਨੂੰ ਪਿਆਰ ਕਰਕੇ ਅੰਦਰ ਜਾਵਾਂਗੇ ਤਿਉਂ ਤੋਂ ਸੁਣਨ ਦੇ ਅਰਥ ਬਦਲਦੇ ਜਾਂਦੇ ਨੇ। ਦੇਖੋ ਨਾ ਹੁਣ ਆਪਾਂ ਉਹਦਾ ਤੇ ਰੋਜ਼ ਗੁਰਬਾਣੀ ਸੁਣਦੇ ਹਾਂ, ਕੋਈ ਜਪਜੀ ਸਾਹਿਬ, ਕੋਈ ਸੁਖਮਨੀ ਸਾਹਿਬ, ਕੋਈ ਸਹਿਜ ਪਾਠ, ਕੋਈ ਅਖੰਡ ਪਾਠ ਸਾਹਿਬ ਜੀ ਦੇ ਰਾਹੀਂ, ਕਿਸੇ ਵੀ ਤਰੀਕੇ ਨਾਲ ਕੀਰਤਨ ਰਾਹੀਂ, ਪਰ ਜੀਵਨ ਤਬਦੀਲ ਨਹੀਂ ਨਾ ਹੁੰਦਾ। ਤਬਦੀਲ ਕਦੋਂ ਹੁੰਦਾ ਏ, ਜਦੋਂ ਲਿਵ ਲਾਈ ਦੀ, ਧਿਆਨ ਵਿੱਚ ਬੈਠਾਂਗੇ, ਸਿਮਰਨ 'ਚ ਬੈਠਾਂਗੇ, ਬੰਦਗੀ 'ਚ ਬੈਠਾਂਗੇ। ਬੰਦਗੀ 'ਚ ਬੈਠਿਆਂ ਅੰਦਰਲਾ ਰੌਲਾ ਮੁੱਕਦਾ ਏ, ਫਿਰ ਆਪਣੇ ਖਿਆਲ ਨਹੀਂ, ਫਿਰ ਉਹਦੀ ਆਵਾਜ਼ ਸੁਣਨੀ ਸ਼ੁਰੂ ਹੁੰਦੀ। ਜਦੋਂ ਉਹ ਸਤਿਗੁਰੂ ਪਰਮੇਸ਼ਰ ਜਿਹਨੂੰ ਆਖਦੇ ਸਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਕੇ, ਜਿਹਨੂੰ ਕਹਿੰਦੇ ਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਸਾਹਿਬਾਨ ਦੇ ਅੰਦਰ ਏ, ਉਹ ਫਿਰ ਮਹਾਰਾਜ ਜੀ ਸਾਡੇ ਸਰੀਰ ਦੀ ਇਸ ਲੈਬੋਰਟਰੀ ਵਿੱਚੋਂ ਉਹਨੂੰ ਪੈਦਾ ਕਰਦੇ ਨੇ। ਜੀਵਨ ਬਦਲਣਾ ਨਹੀਂ ਉਹਨਾਂ ਚਿਰ ਜਿੰਨਾ ਚਿਰ ਅਸੀਂ ਸਿਮਰਨ ਨਹੀਂ ਕਰਾਂਗੇ। ਪਿਆਰਿਓ ਕਿਵੇਂ ਮੈਂ ਗੱਲ ਕਰ ਲੱਗਾ ਆਖਾਂ ਸੁਣਨਾ,
ਇੱਕ ਤੇ ਸੁਣਨਾ, ਹੁਣ ਬਾਹਰੋਂ ਇਹਨਾਂ ਸਾਹਿਬ ਕਹਿੰਦੇ ਗਾਵੋ ਸੁਣੋ ਪੜੋ ਤੁਮ ਭਾਈ, ਵੀ ਇਹ ਪੜ੍ਹਿਆ ਕਰੋ। ਗੁਰ ਪੂਰੈ ਤੂੰ ਰਾਖਿਆ। ਇੱਕ ਮਹਾਰਾਜ ਜਪਜੀ ਸਾਹਿਬ ਵਿੱਚ ਬਚਨ ਕਰਦੇ ਕਹਿੰਦੇ ਸੁਣਿਆ ਸ਼ੇਖ ਪੀਰ ਪਾਤਸ਼ਾਹ, ਬਚਨ ਇਹਨਾਂ ਸਤਿਗੁਰਾਂ ਦੇ ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਪ ਐਰਾ, ਸੁਣਿਆ ਖਾਤ ਹੋਵੇ ਅਸਗਾਹ। ਕੀ ਹੈ ਵੀ ਜਦੋਂ ਕੋਈ ਸੁਣਦਾ ਏ ਗੁਰੂ ਸ਼ਬਦ ਨੂੰ ਸੁਣਨਾ, ਮਹਾਰਾਜ ਆਪ ਵਿਧੀਆਂ ਬਣਾਉਂਦੇ, ਇਹ ਸਭ ਕੁਝ ਗੁਰਪ੍ਰਸਾਦ ਨਾਲ, ਚਲਾਕੀਆਂ ਜਾਂ ਸਿਆਣਪਾਂ ਨਾਲ ਨਹੀਂ ਵੀ ਆਪਾਂ ਧੱਕੇ ਨਾਲ ਕਰ ਲਾਂਗੇ। ਪਰ ਸਾਹਿਬ ਕਹਿੰਦੇ ਇਹ ਬੰਦੇ ਨੂੰ ਅੰਦਰੋਂ ਸ਼ੇਖਾਂ ਦੀ ਪਦਵੀ 'ਤੇ ਲੈ ਜਾਂਦਾ ਹੈ, ਜਿਹਦੇ ਕੋਲ ਬਹੁਤ ਸਾਰਾ ਧਨ ਨੇ। ਭਾਵੇਂ ਅਸੀਂ ਬਾਹਰੋਂ 3 ਕੱਪੜਿਆਂ 'ਚ ਹੋਵਾਂਗੇ, ਪਰ ਸਾਡਾ ਅੰਦਰ ਬੜੇ ਬੜੇ ਵੱਡੇ ਧਨਾਡਾਂ ਜਿੰਨਾ ਸੁੱਖ ਮਹਿਸੂਸ ਕਰੇਗਾ। ਪੀਰ, ਸ਼ੇਖ ਤੇ ਪੀਰ ਵਿੱਚ ਇਹ ਫਰਕ ਹੁੰਦਾ ਏ, ਸ਼ੇਖ ਕੋਲ ਧਨ ਹੈ ਪਰ ਕਿਸੇ ਦੂਸਰੇ ਨੂੰ ਨਹੀਂ ਉਹ ਧਨ ਦੇ ਸਕਦਾ। ਪੀਰ ਜਿਹੜੇ ਹੋਰ ਉੱਚੀ ਅਵਸਥਾ ਬਣ ਗਈ ਨਾਮ ਬਾਣੀ ਸੁਣ ਸੁਣ ਕੇ, ਜਿਹੜੇ ਕਿਸੇ ਦੂਸਰੇ ਨੂੰ ਵੀ ਨਾਮ ਬਾਣੀ ਦੇ ਕੇ ਜੋੜ ਸਕਦੇ ਹਨ, ਜਿਨ੍ਹਾਂ ਨੂੰ ਸਾਹਿਬ ਕਹਿੰਦੇ ਹਰ ਅਰਜਨ ਦੀ ਏਕ ਹੈ। ਫਿਰ ਬੱਚੇ ਨੇ ਪਾਤਸ਼ਾਹ, ਪਾਤਸ਼ਾਹ ਕੌਣ ਹੈ? ਜਿਹਦੀ ਦਰਗਾਹ ਵਿੱਚ ਚੱਲਦੀ ਹੈ, ਜੋ ਬਚਨ ਕਰੇਗਾ ਉਹ ਦਰਗਾਹ ਵਿੱਚ ਹੁਕਮ ਹੈ, ਉਹ ਜੋ ਕਹਿ ਦੇਵੇ ਉਹਦੀ ਰਸਨਾ ਤੋਂ ਨਿਕਲੇ, ਦਰਗਾਹ ਦਾ ਮਾਲਕ ਉਸੇ ਤਰ੍ਹਾਂ ਹੀ ਲੇਖ ਲਿਖ ਦੇਗਾ, ਉਹਦਾ ਬੋਲਿਆ ਕਦੇ ਪਰਮੇਸ਼ਰ ਮੋੜਦਾ ਨਹੀਂ। ਇਹਦਾ ਮਤਲਬ ਇਹ ਸਾਰਾ ਕੁਝ ਸਾਨੂੰ ਬਹੁਤ ਪੁਰਸ਼ਾਰਥ ਦੀ ਲੋੜ, ਮਿਹਨਤ ਦੀ ਲੋੜ, ਪਿਆਰਿਓ ਅੰਦਰ ਭਾਵਨਾ ਤੇ ਪਿਆਰ ਦੀ ਲੋੜ ਹੈ, ਤਦੀ ਇਹ ਕਲਾ ਵਰਤੇਗੀ ਨਾ ਜੋ ਸਤਿਗੁਰੂ ਜੀ ਆਖਦੇ ਨੇ। ਸਤਿਗੁਰੂ ਸਾਹਿਬਾਨਾਂ ਨੇ ਕਿਰਪਾ ਕੀਤੀ, ਜਦੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਨਾ, ਇੱਕ ਨਾ ਕਿਤਾਬ ਲਿਖੀ ਡਾਕਟਰ ਤਾਰਨ ਸਿੰਘ ਸਾਹਿਬ ਜੀ ਨੇ, ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ, ਉਹਨਾਂ ਵਿੱਚ ਬੜੇ ਪਿਆਰੇ ਪਿਆਰੇ ਉਹਨਾਂ ਬਚਨ ਜਿੱਥੇ ਕਹੇ, ਉੱਥੇ ਇੱਕ ਬਚਨ ਉਹਨਾਂ ਨੇ ਇਹ ਵੀ ਦੁਹਰਾਇਆ। ਕਹਿੰਦੇ ਕਿਸੇ ਸਿੱਖਾਂ ਨੇ ਬੇਨਤੀ ਕੀਤੀ, ਜੀਓ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀਓ, ਬੜੀਆਂ ਮਿਹਰਾਂ ਕੀਤੀਆਂ ਜੇ, ਕਿਉਂਕਿ ਗੁਰਬਾਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਉਚਾਰੀ ਜਾ ਰਹੀ ਹੈ ਅਤੇ ਪੜ੍ਹੀ ਜਾ ਰਹੀ ਸੀ। ਜੇ ਜਪਜੀ ਸਾਹਿਬ ਦਾ ਪਾਠ ਭਾਈ ਜੋਤ ਜੀ ਕਰਦੇ ਨੇ ਅਤੇ ਗੁਰੂ ਅੰਗਦ ਸਾਹਿਬ ਜੀ ਨੇ ਉਹ ਬਚਨ ਸੁਣੇ ਨੇ। ਜੇ ਬੀਬੀ ਅਮਰੋ ਗੁਰਬਾਣੀ ਪੜ੍ਹਦੀ ਏ ਅਤੇ ਤਾਂ ਹੀ ਬਾਬਾ ਅਮਰਦਾਸ ਜੀ ਨੇ ਉਹ ਸ਼ਬਦ ਸੁਣਿਆ ਅਤੇ ਇਸ ਘਰ ਦੇ ਮੁਰੀਦ ਹੋ ਗਏ। ਬਾਣੀ ਪਹਿਲਾਂ ਚੱਲ ਰਹੀ ਹੈ ਨਾ, ਬਾਣੀ ਨੂੰ ਹੁਣ ਸੰਪਾਦਨ ਇਕੱਠਾ ਕਰਨਾ, ਇਕੱਠਾ ਕਰਕੇ ਇੱਕ ਰੂਪ ਦੇਣਾ, ਭਗਤਾਂ ਦੀ ਬਾਣੀ ਨੂੰ ਸ਼ਾਮਲ ਕਰਨਾ, 4 ਗੁਰਸਿੱਖਾਂ ਦੀ, ਭੱਟ ਸਾਹਿਬਾਨਾਂ ਦੀ, ਇਹ ਸਾਰਾ ਕੁਝ ਨੂੰ ਇਕੱਠਾ ਕੀਤਾ ਸੀ, ਉਸ ਨੂੰ ਸੰਪਾਦਨਾ ਆਖਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪਾਦਨਾ, ਵੀ ਸਾਰੀ ਗੁਰਬਾਣੀ ਨੂੰ ਤਰਤੀਬ ਦੇਣੀ, ਇੱਕ ਜਗ੍ਹਾ 'ਤੇ ਇਕੱਤਰ ਕਰਨਾ, ਫਿਰ ਬਚਨ ਦੇਣੇ। ਤੂੰ ਗੱਲ ਕਰ ਰਹੇ ਸਾਂ, ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਪ੍ਰਕਾਸ਼ਮਾਨ ਕੀਤੇ ਹਰਿਮੰਦਰ ਸਾਹਿਬ ਅੰਦਰ, ਅਤੇ ਇਹਨਾਂ ਨੇ ਬੇਨਤੀ ਕੀਤੀ, ਗੁਰਸਿੱਖਾਂ ਨੇ ਸਤਿਗੁਰੂ ਜੀ ਕਿੱਡੀ ਵੱਡੀ ਕਿਰਪਾ ਕੀਤੀ, ਆਪ ਜੀ ਨੇ ਸਾਨੂੰ ਜਿਉਂਦੇ ਜਾਗਦੇ ਸਤਿਗੁਰੂ ਸਾਹਿਬਾਨ ਇਹੋ ਜਿਹੇ ਰੂਪ ਵਿੱਚ ਦੇ ਦਿੱਤੇ, ਜਿਨ੍ਹਾਂ ਦਾ ਕਦੇ ਅੰਤ ਹੀ ਨਹੀਂ ਹੋਣਾ। ਮਹਾਰਾਜ ਜੀ ਕਿਰਪਾ ਹੋਰ ਕਰੋ, ਗੁਰਬਾਣੀ ਦੀ ਵਿਆਖਿਆ ਵੀ ਆਪ ਜੀ ਲਿਖ ਦਿਓ, ਕੱਲ੍ਹ ਨੂੰ ਆਉਣ ਵਾਲੇ ਸਮੇਂ ਅੰਦਰ ਵੱਖਰੇ ਵੱਖਰੇ ਅਰਥ ਹੋ ਜਾਣਗੇ, ਫਿਰ ਜੀ ਹੁਣੇ ਕੀਤੇ ਹੋਣਗੇ ਅਤੇ ਫਿਰ ਕੋਈ ਦੁਬਿਧਾ ਨਹੀਂ ਪਏਗੀ। ਸਤਿਗੁਰਾਂ ਦਾ ਉਹੀ ਜਵਾਬ ਸੀ, ਬੜਾ ਸਪਸ਼ਟ ਹੋਇਆ। ਕਹਿਣ ਲੱਗੇ ਅਸੀਂ ਪਹਿਲਾਂ ਤੋਂ ਹੀ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੀ ਅਰਥ ਕਰਨੇ ਸ਼ੁਰੂ ਕਰ ਦਿੱਤੇ ਸੀ, ਤੁਸੀਂ ਵੇਖੇ ਨਹੀਂ ਜੀ, ਸਮਝ ਨਹੀਂ ਆਈ, ਮਤ ਥੋੜ੍ਹੀ ਹੈ। ਸਾਡੇ ਕਹਿਣ ਤੋਂ ਮੁਰਾਦ ਸੀ ਕੋਈ ਗ੍ਰੰਥ ਤਿਆਰ ਹੋਇਆ, ਸਾਹਿਬ ਕਹਿੰਦੇ ਨਹੀਂ ਬੋਲਿਓ, ਇਹ ਧੁਰ ਕੀ ਬਾਣੀ ਆਈ ਏ, ਇਹਨੇ ਧੁਰ ਦਰਗਾਹ ਵਿੱਚ ਲੈ ਕੇ ਜਾਣਾ ਏ, ਅਕਾਲ ਪੁਰਖ ਦੇ ਘਰੋਂ ਆਈਏ, ਉਹਦੀ ਜੋਤ ਹਰ ਘਟ ਘਟ ਵਿੱਚ ਵਸ ਰਹੀ ਹੈ। ਜਿਹੜਾ ਇਹ ਜੋਤ ਨਾਲ ਜੁੜੇਗਾ ਬਾਣੀ ਨਾਲ, ਉਹਨੇ ਉਸ ਜੋਤ ਦਾ ਰੂਪ ਬਣਾਉਣਾ ਏ। ਅਸੀਂ ਇਹਦੇ ਅਰਥ ਬਾਹਰ ਨਹੀਂ ਕੀਤੇ, ਸਿੱਖ ਦੇ ਹਿਰਦੇ ਵਿੱਚ ਕਰ ਦਿੱਤੇ ਨੇ, ਸਿੱਖ ਦੇ ਹਿਰਦੇ ਵਿੱਚ ਅਰਥ ਕੀਤੇ। ਮਤਲਬ ਕੀ ਸੀ? ਸਿੱਖ ਦਾ ਹਿਰਦਾ ਜਿਉਂ-ਜਿਉਂ ਸਤਿਗੁਰੂ ਕੇ ਬਚਨ ਕਮਾਏਗਾ, ਪੜ੍ਹੇਗਾ, ਉਹਦੇ ਅੰਦਰੋਂ ਅਰਥ ਹੋਣਗੇ। ਅਰਥ ਕਰਨ ਦਾ ਕੀ ਮਤਲਬ? ਹਰ ਚੀਜ਼ ਦੇ ਅਸੀਂ ਕੁਝ ਹੋਰ ਬਣਾ ਲੈਨੇ। ਇੱਕ ਤੇ ਅਰਥ ਨਹੀਂ ਪਈ ਗੁਰਬਾਣੀ ਦੇ ਅੱਖਰੀ ਅਰਥ ਕਰਕੇ ਦੂਜੇ ਨੂੰ ਦੱਸਣੇ।
ਕਈ ਵਾਰਾਂ ਕੁਝ ਸੱਜਣ ਆਖਦੇ ਵੀ ਨੇ ਭਲਾ ਵੀ ਹੈ, ਕਿਉਂਕਿ ਤੁਰਨ ਲਈ ਇਹ ਸਾਰਾ ਕੁਝ ਕਰਨਾ ਪੈਂਦਾ ਹੈ। ਵੀ ਛੋਟੇ ਛੋਟੇ ਸ਼ਬਦਾਂ 'ਚ ਜਪਜੀ ਸਾਹਿਬ ਦੇ ਅਰਥ ਕਰ ਦਿਓ, ਸੁਖਮਨੀ ਸਾਹਿਬ ਜੀ ਦੇ ਕਰ ਦਿਓ, ਪਰ ਨਹੀਂ। ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਕਰਾਂ, ਅਰਥ ਇਹ ਬਾਹਰ ਮੁਖੀ ਨਹੀਂ ਹਨ, ਇਹ ਅਰਥ ਅੰਤਰਮੁਖੀ ਹੋਣਗੇ। ਅਰਥਾਂ ਦਾ ਮਤਲਬ ਇੰਨਾ ਕੁ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਕਹੇ ਉਹ ਸਾਡੇ ਅੰਦਰ ਸੱਚਮੁੱਚ ਉਹ ਘਟਨਾ ਵਰਤ ਜਾਵੇ, ਉਹ ਸਾਡਾ ਆਪਣਾ ਅਨੁਭਵ ਹੋ ਜਾਵੇ। ਫਿਰ ਕਹਾਂਗੇ ਸਾਨੂੰ ਇਹ ਸ਼ਬਦ ਦੇ ਅਰਥ ਆ ਗਏ। ਅਰਥ ਮਤਲਬ ਉਹ ਚੀਜ਼ ਵੇਖ ਲਈ। ਜੇ ਸਤਿਗੁਰੂ ਜੀ ਕਹਿੰਦੇ ਨੇ ਭਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਉਹ ਕੱਲੇ ਕੱਲੇ ਜੀ 'ਚੋਂ ਉਸ ਦੇ ਦਰਸ਼ਨ ਹੋ ਜਾਣ। ਜੇ ਮਹਾਰਾਜ ਜੀ ਕਹਿੰਦੇ ਤੇਰੇ ਅੰਦਰ ਪ੍ਰਕਾਸ਼ ਨਾਲ ਭਰਿਆ ਤੇ ਉਹ ਸੱਚਮੁੱਚ ਅੰਦਰੋਂ ਪ੍ਰਕਾਸ਼ ਨਜ਼ਰ ਆ ਜਾਵੇ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਪ੍ਰਕਾਸ਼ ਨਜ਼ਰ ਆ ਗਿਆ ਤੇ ਅਰਥ ਹੋ ਗਏ। ਉਹ ਅਰਥ ਕਰਨੇ ਸਨ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਸਿੱਖ ਦੇ ਹਿਰਦੇ ਅੰਦਰ ਕੀਤੇ। ਜਿਹੜਾ ਕਮਾਉਂਦਾ ਹੈ ਉਹ ਕੱਲੇ ਕੱਲੇ ਸਿੱਖ ਦੇ ਅੰਦਰ ਅਰਥ ਕੀ ਨੇ? ਜੋ ਕੁਝ ਨਿਰੰਕਾਰ ਕਰਦੇ ਉਹ ਕੁਝ ਸਤਿਗੁਰੂ ਸਾਹਿਬਾਨ, ਤੇ ਉਹ ਲੋਕਾਈ ਨੂੰ ਸਿੱਖ ਦੇ ਜੀਵਨ ਤੋਂ ਪਤਾ ਲੱਗੇਗਾ। ਇੱਕ ਹੋਰ ਗੱਲ ਸਾਂਝੀ ਕਰਾਂ, ਗੁਰੂ ਸਾਹਿਬ ਦੇ ਇੱਕ ਬਚਨ ਨੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ। ਭਈ ਸਤਿਗੁਰਾਂ ਦੀ ਬਾਣੀ ਸਤ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦਾ ਸਰੂਪ ਹੈ, ਤੇ ਉਹ ਸਾਨੂੰ ਗੁਰਬਾਣੀ ਬਣਾ ਦਿੰਦੀ। ਬੰਦਾ ਗੁਰਬਾਣੀ ਬਣੇ, ਕਿਵੇਂ ਬਣੇਗਾ? ਗੁਰਬਾਣੀ ਬਣਨ ਦਾ ਮਤਲਬ ਜੋ ਸਤਿਗੁਰਾਂ ਦੇ ਉਪਦੇਸ਼ ਸਨ ਸਿੱਖ ਨੇ ਉਹ ਕਮਾਏ। ਹੁਣ ਜਿੰਨੇ ਵੀ ਇਹ ਕਰਮ ਕਰਦਾ ਹੈ ਨਾ, ਬੋਲਦਾ ਹੈ, ਚਾਹੇ ਵਿਵਹਾਰ ਕਰਦਾ ਹੈ, ਉਹਦੇ 'ਚੋਂ ਗੁਰੂ ਕੇ ਬਾਣੀ ਦੀ, ਗੁਰੂ ਸਿਧਾਂਤ ਦੀ ਵਿਆਖਿਆ ਹੋਈ ਜਾ ਰਹੀ। ਵੀ ਬੰਦਾ ਨਹੀਂ, ਇਹ ਆਮ ਬੰਦਾ ਨੇ, ਇਹ ਤਾਂ ਜਿਵੇਂ ਸਤਿਗੁਰੂ ਜੀ ਆਖਦੇ ਸਨ ਬਿਲਕੁਲ ਉਹੀ ਕੰਮ ਕਰ ਰਿਹਾ। ਉਹੀ ਝਲਕ, ਉਹੀ ਅੰਦਰੋਂ ਪ੍ਰਕਾਸ਼, ਉਹੀ ਭਲਾ, ਉਹ ਸਤਿਗੁਰੂ ਦੀ ਵਡਿਆਈ ਹੈ ਆਪਣੇ ਗੁਰਸਿੱਖਾਂ ਵਿੱਚ ਪ੍ਰਗਟ ਕਰਦੇ। ਤਾਂ ਹੀ ਸਾਨੂੰ ਹੁਕਮ ਹੈ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਖੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਇਹ ਗੁਰੂ ਦੀ ਸਿੱਖਿਆ ਨਾਲ ਜੋਤ ਨੂੰ ਅੰਦਰੋਂ ਪ੍ਰਗਟ ਕਰਨਾ ਹੈ। ਉਹ ਜੋਤ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ 'ਚ ਆਈ। ਸਾਹਿਬਾਂ ਨੇ ਕਿਰਪਾ ਕੀਤੀ। ਜਦੋਂ ਜੋਗੀਆਂ ਨੇ ਪੁੱਛਿਆ ਸੀ ਨਾ, ਤੁਸੀਂ ਐਡੀ ਉੱਚੀ ਕਿਵੇਂ ਆ ਗਏ ਹੋ? ਅਸੀਂ ਤੇ ਬੜੀਆਂ ਕਰਾਮਾਤਾਂ ਨਾਲ ਸੁਮੇਰ ਪਰਬਤ 'ਤੇ ਆਉਂਦੇ ਹਾਂ, ਤੇ ਤੁਹਾਡੇ ਕੋਲ ਕੀ ਤਾਕਤ ਹੈ? ਸਾਹਿਬ ਕਹਿੰਦੇ ਸਾਡੇ ਕੋਲ ਦੋ ਤਾਕਤਾਂ ਨੇ। ਉਹ ਤੇ ਆਪ ਰੱਬ ਸਨ ਸਾਨੂੰ ਸਮਝਾਉਣ ਲਈ। ਕਹਿੰਦੇ ਸਾਡੇ ਕੋਲ ਦੋ ਤਾਕਤਾਂ ਨੇ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨੇ ਕੀ ਖੈਰਾਈ। ਇੱਕ ਗੁਰਬਾਣੀ ਦਾ ਖਜ਼ਾਨਾ ਹੈ, ਤੇ ਦੂਸਰਾ ਸਾਡੇ ਕੋਲ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੈ। ਇਹ ਸਾਨੂੰ ਸੀ, ਇੱਕ ਤੇ ਸੰਗਤ ਕਰੀਏ ਤੇ ਦੂਸਰਾ ਗੁਰਬਾਣੀ ਨਾਲ ਜੁੜੀਏ। ਸੁਮੇਰ ਪਰਬਤ 'ਤੇ ਕੀ ਨਿਰੰਕਾਰ ਦੇ ਤਖਤ 'ਤੇ ਬਾਣੀ ਲੈ ਜਾਏਗੀ। ਗੁਰੂ ਕੇ ਪਿਆਰਿਓ, ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ। ਸਤਿਗੁਰੂ ਜੀ ਨੇ ਮਿਹਰ ਕੀਤੀ, ਸਿੱਧਾਂ ਨਾਲ ਜਿਹੜੀ ਗੋਸ਼ਟ ਹੋਈ, ਸਿੱਧ ਗੋਸ਼ਟ ਦੀ ਬਾਣੀ ਵੀ ਲਿਖੀ ਹੈ, ਦੱਖਣੀ ਓਂਕਾਰ ਲਿਖੀ ਗਈ, ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਹੈ। ਸਤਿਗੁਰਾਂ ਨੇ ਮਿਹਰ ਕੀਤੀ। ਗੁਰੂ ਕੇ ਪਿਆਰਿਓ, ਗਰੀਬ ਨਵਾਜ ਪਾਤਸ਼ਾਹ ਜੀ ਨੇ ਵੱਖ ਵੱਖ ਰਾਗ ਵਰਤੇ ਹਨ। 19 ਰਾਗਾਂ ਅੰਦਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ 62 ਸ਼ਲੋਕ ਉਚਾਰਨ ਹੋਏ ਨੇ। ਤੀਸਰੇ ਗੁਰਦੇਵ ਪਿਤਾ ਮਹਾਰਾਜ ਜੀ ਦੀ ਪਾਕ ਪਵਿੱਤਰ ਬਾਣੀ ਜੋ ਉਹਨਾਂ ਦੀ ਰਚਨਾ ਤੋਂ ਨਿਰੰਕਾਰ ਨੇ ਉਚਾਰਨ ਕਰਵਾਈ, ਉਹ ਜੋਤ ਇਹਨਾਂ ਅੰਦਰ ਵਰਤ ਰਹੀ, ਉਹ ਜੋਤ ਹੀ ਬੋਲ ਰਹੀ ਹੈ। ਇਹ ਬਾਹਰਲੇ ਨਾਂ ਨੇ। ਤਾਂ ਹੀ ਤੁਸੀਂ ਵੇਖੋਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਸ਼ੁਰੂਆਤ ਵਿੱਚ ਲਿਖਿਆ ਸੋਰਠ ਮਹੱਲਾ ਪਹਿਲਾ ਜਾਂ ਤੀਜਾ ਜਾਂ ਚੌਥਾ ਜਾਂ ਪੰਜਵਾਂ, ਪਰ ਅਖੀਰ ਵਿੱਚ ਗੁਰੂ ਸਾਹਿਬਾਨ ਦਾ ਪੰਚਮ ਪਿਤਾ ਜਾਂ ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦਾ, ਗੁਰੂ ਅੰਗਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਨਹੀਂ, ਪਿੱਛੇ ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਨਾਨਕ ਕੀ ਹੈ। ਕਾਰਨ ਅਕਾਲ ਪੁਰਖ ਉਦਰ ਵਰਤੇ, ਇੱਕੋ ਹੀ ਜੋਤ ਤੇ ਨਾਂ ਵੱਖਰੇ ਦੀ ਲੋੜ ਨਹੀਂ। ਉੱਪਰ ਕਿਉਂ ਲਿਖੇ ਗਏ ਨਾਂ? ਇਹ ਦੱਸਣ ਲਈ ਸਰੀਰ ਬਦਲੇ ਨੇ, ਜੋਤ ਨਹੀਂ ਬਦਲੀ, ਉਹੀ ਜੋਤ ਹੈ। ਤੀਸਰੇ ਗੁਰਦੇਵ ਪਿਤਾ ਜੀ ਨੇ
17 ਰਾਗਾਂ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ 30 ਰਾਗ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਬਾਅਦ ਵਿੱਚ ਨਾਵੇਂ ਸਤਿਗੁਰਾਂ ਨੇ 15 ਰਾਗਾਂ ਵਿੱਚ ਬਾਣੀ ਉਚਾਰੀ ਹੈ ਤੇ ਇੱਕ ਜੈਜਾਵੰਤੀ ਰਾਗ ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕਰਕੇ ਉਸ ਰਾਗ ਨੂੰ ਨਿਵਾਜਿਆ ਹੈ। ਗੱਲ ਕਰ ਰਹੇ ਹਾਂ ਸਤਿਗੁਰੂ ਸਾਹਿਬਾਨ ਕੋਲ ਬਾਣੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਸੀ, ਜੋ ਉਹ ਗੁਰੂ ਅੰਗਦ ਸਾਹਿਬ ਦੇ ਹਵਾਲੇ ਕੀਤੀ ਹੈ। ਉਹੀ ਬਾਣੀ ਗੁਰੂ ਅਮਰਦਾਸ ਸਾਹਿਬ ਜੀ ਪਾਸ, ਉਹੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਕੋਲ, ਉਹੀ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕੋਲ ਆਈ। ਹੋਰ ਜਿੱਥੇ ਜਿੱਥੇ ਭਗਤ ਸਾਹਿਬਾਨਾਂ ਦੀ ਬਾਣੀ ਸੀ ਉਹ ਸਤਿਗੁਰੂ ਸਾਹਿਬਾਨਾਂ ਨੇ ਇਕੱਤਰ ਕੀਤੀ ਹੈ। ਭੱਟ ਆਏ ਨੇ, ਉਹਨਾਂ ਨੂੰ ਉਹ ਸੱਚ ਦੇ ਮੁਤਲਾਸ਼ੀ ਸਨ, ਉਹ ਲੱਭ ਰਹੇ ਸਨ, ਪਰ ਜਦੋਂ ਇਸ ਘਰੋਂ ਆ ਕੇ ਲੱਭਿਆ ਤੇ ਉਹਨਾਂ ਦੀ ਪਹੁੰਚ ਦਰਗਾਹ ਤੱਕ ਹੋਈ। ਉਹਨਾਂ ਦੀ ਜ਼ੁਬਾਨ 'ਤੇ ਜਿਹੜੇ ਬਚਨ ਆਏ ਉਹ ਦਰਗਾਹੀ ਬਚਨ ਸਨ, ਜਿੱਥੇ ਜਾ ਕੇ ਇੱਕ ਹੋ ਜਾਂਦਾ ਹੈ। ਕਿਧਰੇ ਵੀ ਭੁੱਲ ਕੇ ਵੀ ਸਿੱਖ ਇਹ ਨਹੀਂ ਸੋਚ ਸਕਦਾ ਵੀ ਭੱਟ ਸਾਹਿਬਾਨਾਂ ਦੀ ਬਾਣੀ ਦੀ ਮਹਾਨਤਾ ਘੱਟ, ਗੁਰੂ ਸਾਹਿਬਾਨ ਦੀ ਵੱਧ, ਜਾਂ ਭਗਤਾਂ ਦੀ ਕਿਸੇ ਦੀ ਘੱਟ ਜਾਂ ਵੱਧ ਕਦੇ ਵੀ ਨਹੀਂ। ਕਦੇ ਵੀ ਨਾ ਸੋਚੀਏ। ਇੱਕੋ ਅਕਾਲ ਪੁਰਖ ਵਾਹਿਗੁਰੂ ਸਾਹਿਬਾਨ ਦੇ ਬਚਨ ਨੇ। ਉਹਨਾਂ ਨੇ 36 ਵੱਖ-ਵੱਖ ਪਾਵਨ ਪਵਿੱਤਰ ਸਰੂਪਾਂ ਦੀ ਰਸਨਾ ਦੀ ਵਰਤੋਂ ਕੀਤੀ ਹੈ। ਜ਼ੁਬਾਨਾਂ ਵਰਤੀਆਂ ਨੇ, ਅੰਦਰ ਉਹ ਆਪ ਹੀ ਬੋਲ ਰਿਹਾ ਹੈ। ਜੇ ਭਾਈ ਲਾਲੋ ਕਹਿੰਦਾ ਏ ਧੰਨ ਗੁਰੂ ਨਾਨਕ ਸਾਹਿਬ ਜੀਓ ਕਿੱਡੀ ਪਿਆਰੇ ਤੁਹਾਡੇ ਬਚਨ ਨੇ, ਕਿੱਡੀ ਪਿਆਰੀ ਬਾਣੀ ਏ, ਇੱਕ ਹੋਰ ਸ਼ਬਦ ਸੁਣਾਓ, ਤੇ ਸਤਿਗੁਰੂ ਨਾਲ ਹੀ ਸਮੱਤ ਦਿੰਦੇ ਨੇ। ਬਚਨ ਕਰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਲਾਲੋ ਜਿਵੇਂ ਅਕਾਲ ਪੁਰਖ ਵੱਲੋਂ ਬਾਣੀ ਆ ਰਹੀ ਹੈ ਉਸੇ ਤਰ੍ਹਾਂ ਹੀ ਅਸੀਂ ਬਿਆਨ ਕਰਦੇ, ਸਾਡੀ ਨਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈ। ਇਸੇ ਤਰ੍ਹਾਂ ਬਾਅਦ ਵਿੱਚ ਬਚਨ ਕੀਤੇ ਨੇ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਜਿਓ। ਅਸੀਂ ਤੇ ਹੁਕਮ ਦੇ ਬੱਤੇ ਹਾਂ, ਜਿਵੇਂ ਅੰਦਰ ਉਹ ਹੁਕਮ ਕਰ ਰਿਹਾ ਹੈ ਇਸ ਰਸਨਾ ਨਾਲ ਉਹ ਕੁਝ ਉਚਾਰਨ ਕੀਤਾ ਜਾ ਰਿਹਾ ਹੈ। ਤੋ ਆਪਾਂ ਇਹਨਾਂ ਗੱਲਾਂ ਦਾ ਧਿਆਨ ਕਰੀਏ। ਤੂੰ ਮੇਰੇ ਪੰਚਮ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਰੀ ਬਾਣੀ ਨੂੰ ਇਕੱਤਰ ਕੀਤਾ ਹੈ। ਸੱਤਾ ਬਲਵੰਡ ਜੀ ਦੀ ਰਸਨਾ ਤੋਂ ਰਾਮ ਕਲੀ ਕੀ ਵਾਰ ਉਹ ਵੀ ਇੱਕ ਜਗ੍ਹਾ 'ਤੇ ਇਕੱਠੀ ਕੀਤੀ ਹੈ। ਬਾਬਾ ਸੁੰਦਰ ਜੀ ਦੀ ਮੁਬਾਰਕ ਰਸਨਾ ਤੋਂ ਭਾਈ ਮਰਦਾਨਾ ਜੀ ਦੇ ਨਾਮ 'ਤੇ ਜੋ ਬਾਣੀ ਹੈ, ਮੇਰੇ ਕਹਿਣ ਤੋਂ ਮੁਰਾਦ ਇਤਿਹਾਸ ਕਹਿੰਦਾ ਹੈ ਬਾਣੀ ਇਕੱਤਰ ਕੀਤੀ ਗਈ। ਜੋ ਬਾਣੀ ਬਾਬਾ ਮੋਹਨ ਜੀ ਪਾਸ ਸੀ ਸ੍ਰੀ ਗੋਇੰਦਵਾਲ ਸਾਹਿਬ, ਉਹਨਾਂ ਕੋਲ ਪੋਥੀਆਂ ਲੈਣ ਲਈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੂੰ ਭੇਜਿਆ। ਸਮਾਧੀ ਵਿੱਚ ਸਥਿਤ ਹਨ, ਉਹਨਾਂ ਨਾ ਸਮਾਧੀ ਖੋਲ੍ਹੀ ਨਾ ਦਰਵਾਜ਼ਾ। ਫਿਰ ਬਾਬਾ ਬੁੱਢਾ ਸਾਹਿਬ ਜੀ ਜਾਂਦੇ ਨੇ, ਉਹਨਾਂ ਨੇ ਵੀ ਯਤਨ ਕੀਤਾ ਪਰ ਉਹ ਪੋਥੀਆਂ ਨਹੀਂ ਮਿਲੀਆਂ, ਦਰਵਾਜ਼ੇ ਨਹੀਂ ਖੋਲ੍ਹਿਆ। ਕਿਸੇ ਦੀ ਹਿੰਮਤ ਹੀ ਨਹੀਂ ਉਹ ਸਮਾਧੀ 'ਚੋਂ ਉਹਨਾਂ ਨੂੰ ਉਠਾਉਣ। ਪਤਾ ਨਹੀਂ ਕਿੰਨੇ ਮਹੀਨਿਆਂ ਦੀ, ਉਹ ਕਿੰਨੇ ਸਾਲਾਂ ਦੀਆਂ ਹੋਣਗੀਆਂ ਸਮਾਧੀਆਂ। ਫਿਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਖੁਦ ਜਾਂਦੇ ਗੋਇੰਦਵਾਲ ਸਾਹਿਬ। ਉੱਥੇ ਜਾ ਕੇ ਮਹਾਰਾਜ ਜੀ ਗਲੀ ਚੁਬਾਰੇ ਦੇ ਪਿੱਛੇ ਗਲੀ 'ਚ ਥੱਲੇ ਹੀ ਬੈਠ ਕੇ ਕੀਰਤਨ ਪ੍ਰਾਰੰਭ ਕਰਦੇ ਹਨ। ਜਦੋਂ ਕੀਰਤਨ ਦੇ ਰਾਹੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਹ ਅੰਦਰ ਨੂੰ ਖਿਲਾਇਆ ਤੇ ਬਾਬਾ ਮੋਹਨ ਜੀ ਖੁਦ ਉੱਠੇ ਨੇ, ਨਮਸਕਾਰ ਕੀਤੀ ਹੈ, ਪੋਥੀਆਂ ਹਵਾਲੇ ਕੀਤੀਆਂ ਨੇ। ਉਹ ਸਾਰੀਆਂ ਜਦੋਂ ਲੈ ਕੇ ਆਏ, ਜਦੋਂ ਪਹਿਲਾਂ ਆ ਕੇ ਤਿਆਰੀ ਕੀਤੀ, ਜਦੋਂ ਆਪ ਜੀ ਜਾਂਦੇ ਹੋ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਦੁੱਖ ਭੰਜਨੀ ਸਾਹਿਬ ਬੇਰੀ ਹੈ ਬੇਰ ਸਾਹਿਬ, ਉਹਦੇ ਨਾਲ ਖੱਬੇ ਖੱਤ ਇੱਕ ਥੜਾ ਸਾਹਿਬ ਬਣਿਆ। ਉੱਥੇ ਸਨ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ। ਉਹ ਪੋਥੀਆਂ ਲੈ ਕੇ ਆਏ ਤੇ ਉੱਥੇ ਬਿਰਾਜਮਾਨ ਹੋਏ ਸੀ। ਪਹਿਲਾਂ ਆ ਕੇ ਅਜੇ ਵੀ ਸੰਗਤਾਂ ਦੀ ਭਾਵਨਾਵਾਂ ਨੇ ਉਹ ਜਗ੍ਹਾ 'ਤੇ ਬੜੇ ਆਦਰ ਸਤਿਕਾਰ ਨਾਲ ਸੀਸ ਝੁਕਾਉਂਦੀਆਂ ਨੇ ਤੇ ਅੰਦਰ ਜੋੜਨ ਲਈ ਉੱਥੇ ਕੁਝ ਸਮਾਂ ਬੈਠਦੀਆਂ ਵੀ ਨੇ। ਤੋ ਖੈਰ ਆਪ ਜੀ ਜਾਣਦੇ ਹੋ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ। ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਈ ਸੀ ਸੰਗਤਾਂ ਦੀ ਸੇਵਾ ਸੰਭਾਲ ਦੀ। ਆਪ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਾਮ ਸਾਰੇ,
ਉਦੋਂ ਥੋੜ੍ਹੇ ਜਿਹੇ ਉੱਥੇ ਕਾਫੀ ਦਰਖਤ ਸਨ, ਨੇੜੇ ਇੱਕ ਤਲਾਬ ਸੀ ਪਾਣੀ ਦਾ, ਉਹਨੂੰ ਸਾਫ ਸੁਥਰਾ ਕੀਤਾ ਗਿਆ, ਕੁਝ ਹੋਰ ਦਰਖਤ ਲਵਾਏ। ਸੋ ਉਸ ਰਾਮਸਰ ਦੇ ਪਾਕ ਪਵਿੱਤਰ ਸਥਾਨ 'ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰੀ ਗੁਰਬਾਣੀ ਜੋ ਇਕੱਤਰ ਕੀਤੀ ਹੈ ਉਹਨੂੰ ਤਰਤੀਬ ਦਿੱਤੀ ਹੈ। ਤਰਤੀਬ ਵੀ ਬੜੇ ਕਮਾਲ ਦੀ ਹੈ ਪਿਆਰੋ। ਇਹੋ ਜਿਹੀ ਕਿੰਨਾ ਸਮਾਂ ਬੀਤ ਗਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਦੇ ਕੋਈ ਮਿਲਾਵਟ ਨਹੀਂ ਕਰ ਸਕਦਾ। ਕਾਰਨ ਇਹਦੀ ਤਰਤੀਬ ਇਸ ਤਰ੍ਹਾਂ ਦੀ, ਜੇ ਕੋਈ ਮਾੜਾ ਜਿਹਾ ਵੀ ਯਤਨ ਕਰੇਗਾ ਇੱਕਦਮ ਚੋਰ ਪਕੜਿਆ ਜਾਂਦਾ ਹੈ। ਸਤਿਗੁਰੂ ਸਾਹਿਬਾਨਾਂ ਦੇ ਜਿਹੜੇ ਮੇਰੇ ਵੀਰ ਭੈਣ ਬੱਚੇ ਦਰਸ਼ਨ ਕਰਦੇ ਨੇ ਉਹ ਹੈਰਾਨ ਹੋਣਗੇ। ਪਹਿਲਾਂ ਤਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਤਰਤੀਬ ਦਿੱਤੀ ਹੈ ਵੀ ਉਸ ਰਾਗ ਵਿੱਚ ਜੇ ਗੁਰੂ ਸਾਹਿਬਾਨ ਦੀ ਬਾਣੀ, ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਦੇ, ਫਿਰ ਗੁਰੂ ਅਮਰਦਾਸ ਪਾਤਸ਼ਾਹ ਦੇ, ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਦੇ ਸ਼ਬਦ, ਜੇ ਸ਼ਬਦ ਨੇ ਫਿਰ ਕਿਉਂਕਿ ਛੰਦ ਨੇ ਉਸ ਤਰਤੀਬ ਦਿੱਤੀ ਹੈ, ਅਸ਼ਟਪਦੀਆਂ ਨੇ ਵੱਖਰੀ ਤਰਤੀਬ ਦਿੱਤੀ ਹੈ। ਇਸੇ ਤਰ੍ਹਾਂ ਬਾਅਦ ਵਿੱਚ ਨਵੇਂ ਸਤਿਗੁਰਾਂ ਦੀ ਬਾਣੀ ਉਸ ਤਰਤੀਬ ਅਨੁਸਾਰ ਹੀ ਦਰਜ ਹੋਈ ਹੈ, ਉਹ ਤਰਤੀਬ ਦਿੱਤੀ ਹੈ। ਫਿਰ ਸਤਿਗੁਰੂ ਸਾਹਿਬਾਨ ਨੇ ਜਿੱਥੇ ਇੱਕ ਗੁਰੂ ਸਾਹਿਬਾਨ ਦੇ ਜਿੰਨੇ ਸ਼ਬਦ ਨੇ, ਹਰੇਕ ਸ਼ਬਦ ਦੇ ਨਾਲ ਵੀ ਇੱਕ ਸ਼ਬਦ ਪੂਰਾ ਹੋਇਆ, ਇੱਥੇ 2 ਹੋਏ, ਇੱਥੇ 3 ਹੋਏ, 5 ਹੋਏ। ਜੇ ਮੰਨ ਲਓ ਮਿਸਾਲ ਦੇ ਤੌਰ 'ਤੇ ਧੰਨ ਗੁਰੂ ਨਾਨਕ ਸਾਹਿਬ ਦੇ ਸ਼ਬਦ 5 ਨੇ, ਉਸੇ ਤਰਤੀਬ 'ਚ ਹੁਣ ਅੱਗੇ ਤੀਸਰੇ ਗੁਰੂ ਦੇ ਨੇ। ਪਹਿਲਾਂ 5 ਪਾਤਸ਼ਾਹ ਗੁਰੂ ਅਮਰਦਾਸ ਦੇ ਸ਼ਬਦਾਂ ਦੀ ਫਿਰ ਗਿਣਤੀ ਸ਼ੁਰੂ ਕੀਤੀ, 1 2 3। ਜਿੱਥੇ ਭੋਗ ਪੈਣਾ ਹੈ ਉੱਥੇ ਫਿਰ ਜੋੜ ਦੇਣਾ ਹੈ। ਜਦੋਂ ਮੁੱਕਣਾ ਹੈ ਤੇ ਫਿਰ ਸਾਰੇ ਸ਼ਬਦ ਕਿੰਨੇ ਖਾਨ ਇਸ ਛੰਦਾਬੰਦੀ ਅੰਦਰ ਉਹਨਾਂ ਦਾ ਜੋੜ ਫਿਰ ਦਿੱਤਾ ਹੈ। ਇੱਕ ਇੱਕ ਚੀਜ਼ ਇੱਥੇ ਸਾਹਮਣੇ ਜੇ ਕਿਧਰੇ ਮਹਾਰਾਜ ਦੀ ਪੋਥੀ ਸਾਹਿਬਾਨ ਰੱਖੀਏ, ਵੇਖੀਏ ਜਾਂ ਸਤਿਗੁਰੂ ਸਾਹਿਬਾਨ ਦੇ ਦਰਸ਼ਨ ਕਰੀਏ, ਹੈਰਾਨ ਹੋਵਾਂਗੇ। ਲਾਵਾਂ ਤੇ ਆਪਾਂ ਸਾਰੇ ਜਾਣਦੇ। ਸਤਿਗੁਰੂ ਜੀ ਨੇ ਤਰਤੀਬ ਦਿੱਤੀ, ਪਹਿਲਾਂ ਸਰਲੇਖ ਰੱਖਿਆ ਕੁਚੱਜੀ, ਫਿਰ ਸੁਚੱਜੀ, ਫਿਰ ਗੁਣਵੰਤੀ, ਫਿਰ ਕੁੜਮਾਈ ਦੇ ਸ਼ਬਦ, ਫਿਰ ਲਾਵਾਂ। ਇਹ ਅੰਦਰ ਦੀ ਤਰਤੀਬ ਹੈ। ਜਿਸ ਨੇ ਪਰਮਾਤਮਾ ਦੀ ਇਸ ਜੋਤ ਨੂੰ ਵੇਖਣਾ, ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਸਾਈਂ ਨੂੰ ਪ੍ਰਗਟ ਕਰਨਾ ਏ, ਉਹਨੂੰ ਕੀ ਪਹਿਲਾਂ ਸਤਿਗੁਰੂ ਉਹਦਾ ਕੁਚੱਜਪਣਾ ਵਿਖਾਉਂਦੇ। ਆਖਦੇ ਆ ਨਾ, ਪਹਿਲਾਂ ਤਾਂ ਨਹੀਂ ਸੀ, ਹੁਣ ਜਦੋਂ ਬਾਣੀ ਪੜ੍ਹਦੇ ਆ, ਨਾਮ ਜਪਦੇ, ਬੜੇ ਬੜੇ ਮਾੜੇ ਖਿਆਲ ਆਉਂਦੇ ਨੇ। ਸਤਿਗੁਰੂ ਸਾਡਾ ਅੰਦਰ ਦਿਖਾਉਂਦੇ ਨੇ। ਜਿਉਂ ਜਿਉਂ ਇਸ ਰਾਹ 'ਤੇ ਤੁਰਦੇ ਹਾਂ ਔਗੁਣ ਮੁੱਕਦੇ ਨੇ ਅਤੇ ਸੁਚੱਜੇ ਸ਼ੁਭ ਕਰਮ ਸ਼ੁਰੂ ਹੋ ਜਾਂਦੇ। ਸ਼ੁਭ ਗੁਣ ਆਈ ਜਾਂਦੇ, ਔਗਣ ਨਿਕਲੀ ਜਾਂਦੇ, ਇੰਨੇ ਆ ਜਾਂਦੇ ਸੁਚੱਜੇ। ਫਿਰ ਸੁਤੇ ਸਿੱਧ ਅੰਦਰ ਗੁਣਵੰਤੀ, ਗੁਣੀ ਗੁਣ ਪ੍ਰਗਟ ਹੋ ਜਾਂਦੇ ਨੇ। ਸਾਹਿਬ ਕਹਿੰਦੇ ਜੇ ਗੁਣ ਪ੍ਰਗਟ ਹੋ ਗਏ ਫਿਰ ਇੱਕਦਮ ਪਰਮਾਤਮਾ ਨਾਲ ਮੇਲ ਨਹੀਂ ਖੋਣਾ, ਲਾਵਾਂ ਨਹੀਂ ਖੋਣੀਆਂ, ਕੁੜਮਾਈ ਹੋਏਗੀ। ਹਾਂ, ਉਹਦੇ ਨਾਲ ਰਿਸ਼ਤਾ ਬਣ ਜਾਏਗਾ ਪਰਮਾਤਮਾ ਨਾਲ। ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ। ਬਲਰਾਮ ਜੀ ਜਿਵੇਂ ਬਾਹਰੋਂ ਕੁੜਮ ਮਿਲਦੇ ਨੇ, ਜਦੋਂ ਰਿਸ਼ਤਾ ਕਰੀਦਾ, ਬੱਚੇ ਵਾਲੇ ਸਾਰਾ ਕੁਝ ਪਤਾ ਕਰਕੇ ਪੱਕਾ, ਫਿਰ ਕਹਿੰਦੇ ਵੀ ਇੱਥੇ ਰਿਸ਼ਤਾ ਕਰਨਾ ਤੈਅ, ਪਿਆਰਾਂ ਨਾਲ ਮਿਲਦੇ ਨੇ। ਇੱਥੇ ਆ ਕੇ ਰਿਸ਼ਤਾ ਹੁੰਦਾ ਪਰਮਾਤਮਾ ਨਾਲ। ਫਿਰ ਕਹਿੰਦੇ ਹੋਰ ਕਮਾਈ ਕਰੋਗੇ, ਫਿਰ ਅੰਦਰੋਂ ਲਾਵਾਂ ਹੁੰਦੀਆਂ ਨੇ, ਜਿਹੜੀ ਆਤਮਾ ਸਦਾ ਲਈ ਪਰਮਾਤਮਾ ਨਾਲ ਵਿਆਹੀ ਜਾਂਦੀ ਹੈ। ਤੋ ਬੜੇ ਕਮਾਲ ਦੀ ਤਰਤੀਬ। ਇਹ ਸਾਰਾ ਕੁਝ ਰਾਮਸਰ ਦੇ ਕਿਨਾਰੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉੱਥੇ ਕਿਰਪਾ ਕੀਤੀ ਹੈ। ਫਿਰ ਸਤਿਗੁਰੂ ਸਾਹਿਬਾਨ ਨੇ ਨਾ ਤਰਤੀਬ ਦਿੱਤੀ, ਇੱਕਦਮ ਰਾਗ ਨਹੀਂ ਸ਼ੁਰੂ ਕੀਤੇ। ਪਹਿਲਾ ਸ੍ਰੀ ਜਪਜੀ ਸਾਹਿਬ, ਫਿਰ ਰਹਿਰਾਸ ਸਾਹਿਬ ਦੇ 9 ਸ਼ਬਦ, ਫਿਰ ਕੀਰਤਨ ਸੋਹਿਲਾ, ਸਰਲੇਖ ਕੱਲਾ ਸੋਹਿਲਾ ਏ। ਆਪਾਂ ਪਿਆਰ ਨਾਲ ਸ਼ਾਮੀ ਕੀਰਤਨ ਹੁੰਦਾ ਨਾਲ, ਤੋਂ ਇਕੱਠੇ ਸ਼ਬਦ ਹੋ ਗਏ ਕੀਰਤਨ ਸੋਹਿਲਾ। ਖੈਰ, ਪਹਿਲਾ ਸ੍ਰੀ ਜਪਜੀ ਸਾਹਿਬ, ਫਿਰ ਸੋਦਰ ਦੇ 9 ਸ਼ਬਦ। ਸੋਦਰ ਤੋਂ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਰਹਿਰਾਸ ਸਾਹਿਬ। ਸੋਦਰ ਤੇਰਾ ਕਿਹਾ ਸੋ ਕਰਕੇ ਆ ਜਿਤ ਬੈਂ ਸਰਬ ਸੰਭਾਲੇ। ਇੱਕ ਹੋਰ ਬੇਨਤੀ, ਜਪਜੀ ਸਾਹਿਬ ਵਿੱਚ ਵੀ ਸੋਦਰ ਹੈ ਅਤੇ ਰਹਿਰਾਸ ਸਾਹਿਬ ਵਿੱਚ ਵੀ ਸੋਦਰ ਹੈ, ਪਰ ਦੋਨਾਂ ਦੇ ਸਪੈਲਿੰਗਾਂ ਵਿੱਚ ਫਰਕ ਹੈ। ਸਾਨੂੰ ਧਿਆਨ ਨਾਲ ਉਹਦਾ ਪਾਠ ਕਰਨਾ ਪਵੇਗਾ। ਜਪਜੀ ਸਾਹਿਬ ਵਿੱਚ ਗਾਵਹਿ ਜ਼ਿਆਦਾ ਸ਼ਬਦ ਆਏਗਾ, ਖਾ ਕੇ ਸਿਹਾਰੀ। ਰਹਿਰਾਸ ਵਿੱਚ ਗਾਵਨ ਆਏਗਾ ਬਹੁਤੀ ਵਾਰੀ। ਉਹ ਤੇ ਨਾਲ ਜੋ ਕਰਾਂਗੇ ਪਤਾ ਲੱਗੇਗਾ।
ਜਪਜੀ ਸਾਹਿਬ ਵਿੱਚ ਤੋਹ ਨੂੰ ਤੱਤੇ ਔਂਕੜ ਖਾਹਾ ਨੰਨੇ ਹੋੜਾ, ਪਰ ਰਹਿਰਾਸ ਵਿੱਚ ਤੁਧ ਨੂੰ ਵੱਧ ਆਏਗਾ। ਜਪਜੀ ਸਾਹਿਬ ਅੰਦਰ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਆਏਗਾ। ਪੱਪੇ ਕੰਨਾ ਪਾਤ ਸਾਹਿਬ, ਰਹਿਰਾਸ ਵਿੱਚ ਆਉਂਦਾ ਪਤ ਸਾਖਿਬ। ਜਪਜੀ ਸਾਹਿਬ ਵਿੱਚ ਬਚਨ ਆਉਂਦਾ ਹੈ ਹੁਕਮ ਨਾ ਕਰਨਾ ਜਾਈ, ਰਹਿਰਾਸ ਵਿੱਚ ਆਏਗਾ ਫਿਰ ਹੁਕਮ ਨਾ ਕਰਨਾ ਜਾਈ। ਉੱਥੇ ਨਾਲ ਫਿਰ ਲਾਇਆ ਹੈ। ਤੋ ਇਹ ਫਰਕ ਹੈ ਸਤਿਗੁਰਾਂ ਨੇ ਕਿਉਂ ਪਾਇਆ? ਸਾਹਿਬ ਜਾਣਦੇ ਸਾਨੂੰ ਜਗਾਉਣ ਲਈ। ਸੁੱਤੇ ਸੁੱਤੇ ਐਵੇਂ ਨਾ ਪੜ੍ਹੀ ਜਾਈਏ। ਅੰਦਰੋਂ ਕੀ ਫਰਕ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਅੰਦਰ ਲੈ ਕੇ ਜਾਣ। ਫਰਕ ਦਾ ਮਤਲਬ ਹੈ ਵੀ ਹੋਰ ਵੱਡੀ ਰਹਿਮਤ, ਹੋਰ ਵੱਡੀ ਰਹਿਮਤ, ਹੋਰ ਉਸ ਤਰ੍ਹਾਂ ਨਹੀਂ ਫਰਕ ਜਿਵੇਂ ਬਾਹਰ ਦੁਨੀਆ ਫਰਕ ਬਣਾ ਲੈਂਦੀ ਏ। ਤਾਂ ਉਸ ਤੋਂ ਬਾਅਦ ਸੋਹਿਲਾ ਸਾਹਿਬ ਤੋਂ ਬਾਅਦ ਪਹਿਲਾ ਰਹਿਰਾਸ ਆ ਗਈ 2 ਨੰਬਰ 'ਤੇ, ਤੀਜੇ 'ਤੇ ਸੋਹਿਲਾ ਸਾਹਿਬ, ਅਤੇ ਫਿਰ ਸ੍ਰੀ ਰਾਗ ਤੋਂ ਬਾਣੀ ਪ੍ਰਾਰੰਭ ਹੁੰਦੀ ਏ। ਲਗਾਤਾਰ ਪ੍ਰਭਾਤੀ ਰਾਗ ਤੱਕ ਗਈ। ਬਾਅਦ ਵਿੱਚ ਨਾਵੇਂ ਸਤਿਗੁਰਾਂ ਦੀ ਬਾਣੀ ਜੈ ਅਵੰਤੀ, ਤਰਤੀਬ ਉਹੀ ਹੈ ਨਾ। ਉਸ ਤੋਂ ਬਾਅਦ ਫਿਰ ਸਤਿਗੁਰਾਂ ਨੇ ਸ਼ਲੋਕ ਸਹਿਸਕ੍ਰਿਤੀ ਅੰਕਿਤ ਕੀਤੀ ਹੈ, ਗਾਥਾ ਏ, ਫੁਨੇਕ ਹੈ, ਚੌਬੋਲੇ ਹਨ। ਫਿਰ ਨਾਲ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਨੇ, ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਨੇ। ਉਹਨਾਂ ਤੋਂ ਬਾਅਦ ਸਵਈਏ ਸਾਹਿਬਾਨ ਸ਼ੁਰੂ ਹੁੰਦੇ ਨੇ। ਪਹਿਲਾਂ ਪੰਚਮ ਪਿਤਾ ਮਹਾਰਾਜ ਜੀ ਦੇ, ਫਿਰ ਭੱਟ ਸਾਹਿਬਾਨਾਂ ਦੇ, ਫਿਰ ਜਦੋਂ 1409 ਅੰਗ 'ਤੇ ਭੱਟਾਂ ਦੇ ਸਵਈਏ ਸਮਾਪਤ ਹੁੰਦੇ, ਫਿਰ ਸ਼ਲੋਕ ਵਾਰਾਂ 'ਤੇ ਵਧੀਕ ਹੈ। ਕਿਉਂਕਿ ਜਿਹੜੀ ਵਾਰ ਹੁੰਦੀ ਹੈ ਸਾਧ ਸੰਗਤ, ਇਹ ਕੇਵਲ ਪੌੜੀਆਂ ਹੁੰਦੀਆਂ ਨੇ। ਗੁਰੂ ਗ੍ਰੰਥ ਸਾਹਿਬ ਅੰਦਰ 22 ਵਾਰਾਂ ਨੇ। 2 ਵਾਰਾਂ ਦੇ ਨਾਲ ਸ਼ਲੋਕ ਨਹੀਂ ਹਨ। ਇੱਕ ਬਸੰਤ ਕੀ ਵਾਰ ਮਹੱਲ ਪੰਜਵਾਂ, ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ, ਕਰਮ ਲਿਖੰਤੈ ਪਾਈਏ ਰੁੱਤ ਸੁਖਾਈ। ਉਹਦੇ ਨਾਲ ਸਤਿਗੁਰਾਂ ਨੇ ਸ਼ਲੋਕ ਨੇ ਕੇਵਲ 3 ਪੌੜੀਆਂ ਨੇ। ਦੂਸਰੀ ਵਾਰ ਰਾਮ ਕਲੀ ਰਾਗ ਅੰਦਰ ਸੱਤੇ ਬਲਵੰਡ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ। ਉਹਦੇ ਅੰਦਰ ਵੀ 8 ਪੌੜੀਆਂ ਨੇ, ਸ਼ਲੋਕ ਨਹੀਂ ਹਨ। ਵਾਰ ਕੇਵਲ ਪੌੜੀਆਂ ਹੁੰਦੀਆਂ ਨੇ। ਸ਼ਲੋਕ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜੋੜੇ ਨੇ, ਜਿਨ੍ਹਾਂ ਦਾ ਭਾਵ ਉਹਨਾਂ ਨਾਲ ਮਿਲਦਾ ਸੀ। ਆਸਾ ਦੀ ਵਾਰ 24 ਪੌੜੀਆਂ ਨੇ। ਸ਼ਲੋਕ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਅੰਕਿਤ ਕੀਤੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਅੰਗਦ ਸਾਹਿਬ ਜੀ ਦੇ ਆਸਾ ਦੀ ਵਾਰ ਵਿੱਚ। ਇਸ ਤਰ੍ਹਾਂ ਬਾਕੀ ਸਾਰੀਆਂ ਵਾਰਾਂ ਦੇ ਅੰਦਰ ਮਹਾਰਾਜ ਜੀ ਨੇ ਸ਼ਲੋਕ, ਜਿਵੇਂ ਜੈਤਸਰੀ ਕੀ ਵਾਰ ਹੈ, ਉਹ ਸ਼ਲੋਕ ਵੀ ਪੰਚਮ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ, ਅਤੇ ਪੌੜੀਆਂ ਵੀ ਸਾਰੀਆਂ। ਪਰ ਜਿਹੜੇ ਸ਼ਲੋਕ ਬਾਕੀ ਸਨ ਹੋਰ ਮਹਾਰਾਜ ਦੀ ਕਿਰਪਾ ਨਾਲ ਉਚਾਰਨ ਕੀਤੇ ਹੋਏ, ਉਹਨਾਂ ਦਾ ਟਾਈਟਲ ਪਾਇਆ ਸਿਰਲੇਖ ਸ਼ਲੋਕ ਵਾਰਾਂ 'ਤੇ ਵਧੀਕ। ਜਿਹੜੇ ਵਾਰਾਂ ਤੋਂ ਵਧੇ ਉਹ ਸ਼ਲੋਕ ਉੱਥੇ ਦੇ ਦਿੱਤੇ ਹਨ। ਉਸ ਤੋਂ ਬਾਅਦ ਫਿਰ ਨਾਵੀਂ ਪਾਤਸ਼ਾਹ ਮਹਾਰਾਜ ਜੀ ਦੇ ਹੁਣ ਸ਼ਲੋਕ ਆਪਾਂ ਦਰਸ਼ਨ ਕਰਦੇ ਹਾਂ। ਉਹਨਾਂ ਸ਼ਲੋਕਾਂ ਤੋਂ ਬਾਅਦ ਫਿਰ ਮੁੰਦਾਵਣੀ ਮਹੱਲਾ ਪੰਜਵਾਂ, ਫਿਰ ਸ਼ਲੋਕ ਮਹੱਲਾ ਪੰਜਵਾਂ 13 ਕੀਤਾ ਜਾਤੋ ਨਾਈ, ਅਤੇ ਅੰਤ ਵਿੱਚ ਰਾਗ ਆਲਾ ਰਾਗ ਇੱਕ ਸੰਗ ਪੰਚ ਬਰੰਗਣ, ਅਤੇ ਭੋਗ ਪਾਨੇ ਆ ਜਾਗ ਕੇ ਖਸ਼ਟ ਰਾਗ ਉਨ ਗਾਏ, ਸੰਗ ਰਾਗ ਨੀਤੀਸ, ਸਭੇ ਪੁੱਤਰ ਰਾਗਨ ਕੇ 18 10 20। ਇੱਕ ਓਂਕਾਰ ਤੋਂ ਸ਼ੁਰੂ ਕਰਕੇ 18 10 20 ਤੱਕ ਸੰਪੂਰਨਤਾ ਹੈ। ਐਵੇਂ ਪੰਛੀ ਚਾਚੀ ਬਾਈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਇੰਨਾ ਕੁ ਖਜ਼ਾਨਾ, ਬਾਹਰ ਮੁਖੀ ਕੇਵਲ ਜਿਹੜਾ ਅਸੀਂ ਬੁੱਧੀ ਨਾਲ ਹੀ ਵੇਖੀਏ ਉਹਦਾ ਅੰਤ ਹੀ ਕੋਈ ਨਹੀਂ। ਅਤੇ ਜਿਹੜਾ ਅੰਦਰ ਖਜ਼ਾਨਾ ਉਹ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਪਹਿਲਾਂ ਦੱਸ ਹੀ ਦਿੱਤਾ ਵੀ ਉਹਨੂੰ ਕਿਵੇਂ ਮਾਣਿਆ ਜਾ ਸਕਦਾ ਹੈ। ਸੋ 3 ਸਾਲ ਜਦੋਂ ਹੋ ਗਏ, ਸਤਿਗੁਰਾਂ ਦੀ ਬਾਣੀ ਅੰਕਿਤ ਹੋ ਗਈ ਸ਼ੁਰੂ। 15 ਅਗਸਤ 1604 ਨੂੰ ਤਿਆਰ ਹੋ ਗਏ। ਫਿਰ ਸਤਿਗੁਰਾਂ ਨੇ ਤਤਕਰਾ ਲਿਖਵਾਇਆ। ਪਹਿਲਾਂ ਜਿੱਥੇ ਵੀ ਕਿਹੜਾ ਸ਼ਬਦ ਕਿਹੜੇ ਅੰਗ 'ਤੇ ਹੈ, ਕਿਹੜੇ ਗੁਰੂ ਸਾਹਿਬਾਨ ਦਾ, ਉਹ ਤਤਕਰਾ ਲਿਖਵਾਇਆ। ਤਤਕਰੇ ਤੋਂ ਨਾਲ ਆਪਾਂ ਜਾਣਦੇ ਹਾਂ ਇਹ ਸੇਵਾ ਮੁੱਖ ਤੌਰ 'ਤੇ ਕਲਮ ਦੀ ਸੇਵਾ ਭਾਈ ਗੁਰਦਾਸ ਸਾਹਿਬ ਜੀ ਕੋਲੇ। ਵੈਸੇ 4 ਲਿਖਾਰੀ ਨੇ ਜਿਹੜੇ ਨਾਲ ਹੋਰ ਇਹ ਸੇਵਾ ਨਿਭਾ ਰਹੇ ਨੇ। ਪਰ ਜਦੋਂ ਸਤਿਗੁਰੂ ਸਾਹਿਬਾਨ ਦੇ ਉਹ ਤਤਕਰਾ ਵੀ ਨਾਲ ਅੰਕਿਤ ਹੋ ਗਏ, 30 ਅਗਸਤ ਨੂੰ ਹੁਕਮ ਹੋਇਆ ਸੀ। ਹੁਣ ਸਵਾਲ ਸੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਿੱਥੇ ਕਰਨੇ ਨੇ? ਸਦਕੇ ਜਾਈਏ। ਕੋਈ ਪੁੱਛੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਿਉਂ ਇਸ ਧਰਤੀ ਤੇ ਤਿਆਰ ਕੀਤੇ? ਇੱਕੋ ਜਵਾਬ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਹਰਿਮੰਦਰ ਸਾਹਿਬ ਤਿਆਰ ਹੋਏ ਨੇ। ਕਿਉਂ? ਹਰੀ ਦਾ ਮੰਦਰ ਵਿੱਚ ਕੌਣ ਗ੍ਰੰਥ ਨਹੀਂ ਆ ਰਿਹਾ, ਹਰੀ ਆਪ ਆ ਰਿਹਾ ਏ। ਪੜ੍ਹਦੇ ਆ ਨਾ, ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਹੈ, ਤਿਸ ਜਿਵੜ ਅਵਰ ਨਾ ਕੋਏ, ਜਿਵੜ ਅਵਰ ਨਾ ਕੋਏ। ਗੁਰਬਾਣੀ ਦੇ ਅੰਦਰ ਪਰਮਾਤਮਾ ਹੈ, ਗੁਰਬਾਣੀ ਦੇ ਅੰਦਰ ਸਤਿਗੁਰੂ ਸਾਹਿਬਾਨ ਨੇ, ਉਹਨਾਂ ਦਾ ਪ੍ਰਕਾਸ਼ ਕਰਨ ਲਈ ਹਰਿਮੰਦਰ ਸਾਹਿਬ ਤਿਆਰ ਕੀਤਾ ਹੈ। ਫਿਰ ਆਖਿਆ ਠੀਕ ਹੈ, ਹੁਣ ਇਸ ਸਤਿਗੁਰੂ ਸਾਹਿਬਾਨ ਜੀ ਦੇ ਨਗਰ ਕੀਰਤਨ ਦੇ ਰੂਪ ਅੰਦਰ ਸੰਗਤਾਂ ਜੁੜ ਕੇ ਰਾਮਸਰ ਸਾਹਿਬ ਤੋਂ ਤੁਰਦੀਆਂ ਤੇ ਹਰਿਮੰਦਰ ਸਾਹਿਬ ਆਉਂਦੀਆਂ ਨੇ। ਹੁਣ ਵੀ ਹਰ ਸਾਲ ਉਹ ਨਗਰ ਕੀਰਤਨ ਪਿਆਰਾਂ ਨਾਲ ਕੱਢਿਆ ਜਾਂਦਾ ਹੈ। ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਸਰੂਪ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਬਿਰਾਜਮਾਨ ਕੀਤੇ ਨੇ। ਆਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਚੌਰ ਸਾਹਿਬਾਨ ਦੀ ਸੇਵਾ ਕਰਦੇ ਨੇ, ਕਿਉਂਕਿ ਜਿਵੇਂ ਚੌਰ ਸਤਿਗੁਰਾਂ ਦੇ ਪਵਿੱਤਰ ਸਰੀਰਾਂ 'ਤੇ ਝੁਲਦਾ ਸੀ, ਹੁਣ ਚੌਰ ਜਿਹੜੇ ਤਖਤਾਂ ਦੇ ਮਾਲਕ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਬਣਾ ਰਹੇ ਨੇ। ਛਤਰ ਝੁਲਦੇ ਆਏ ਸੰਗਤਾਂ ਸ਼ਬਦ ਪੜ੍ਹਦੀਆਂ ਆਈਆਂ, ਪ੍ਰਕਾਸ਼ ਕੀਤੇ ਗਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 1604 ਨੂੰ ਪਹਿਲੀ ਵਾਰ ਜਿਹੜਾ ਅਸੀਂ ਇਹ ਦਿਨ ਮਨਾ ਰਹੇ ਹਾਂ। ਪੂਰੀ ਦੁਨੀਆ ਵਿੱਚ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਮਨਾਈਏ ਵੀ ਕਿਉਂ ਨਾ। ਇਸ ਤੋਂ ਵੱਡਾ ਹੋਰ ਦਿਨ ਕਿਹੜਾ ਹੋ ਸਕਦਾ ਹੈ, ਜਿਸ ਰੱਬ ਬਾਰੇ ਸੁਣਦੇ ਹਾਂ ਖੰਡਾ ਬ੍ਰਹਿਮੰਡਾਂ ਦਾ ਮਾਲਕ ਹੈ, ਉਹਨੂੰ ਸਾਡੇ ਸਾਹਮਣੇ ਪ੍ਰਕਾਸ਼ਮਾਨ ਕਰਕੇ ਕਹਿਣਾ, ਇਸ ਜੁਗਤੀ ਨਾਲ ਜੁੜੋ ਤੇ ਤੁਸੀਂ ਦਰਸ਼ਨ ਦਿਦਾਰੇ ਕਰੋ ਤੇ ਸਦਾ ਸਦਾ ਲਈ ਸੁਖ ਮਾਣੋ, ਲੋਕ ਪਰਲੋਕ ਦੀਆਂ ਮੰਗਾਂ ਪੂਰੀਆਂ ਕਰਵਾਓ। ਕਿੰਨੇ ਭਾਗਾਂ ਵਾਲੇ ਆ, ਇਸ ਤੋਂ ਵੱਡੇ ਭਾਗ ਸਾਡੇ ਹੋਰ ਨਹੀਂ ਕੁਝ ਹੋ ਸਕਦੇ, ਕੇਵਲ ਸਾਡੇ ਨਹੀਂ ਪੂਰੀ ਮਨੁੱਖਤਾ ਦੇ। ਮਹਾਰਾਜ ਜੀ ਨੇ ਮਿਹਰ ਕੀਤੀ, ਸਤਿਗੁਰਾਂ ਨੇ ਕਿਰਪਾ ਕੀਤੀ। ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਇਸ ਸਥਾਨ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਕੀਤੇ ਸਨ। ਪ੍ਰਕਾਸ਼ਮਾਨ ਕਰਨ ਤੋਂ ਕਹਿੰਦੇ ਸੀ ਬਾਬਾ ਬੁੱਢਾ ਸਾਹਿਬ ਦਈ ਆਵਾਜ਼, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਆਵਾਜ਼ ਦਿੱਤੀ। ਕੀ ਆਵਾਜ਼ ਦਿੱਤੀ ਸੀ? ਕਹਿਣ ਲੱਗੇ ਦੇਵ ਆਵਾਜ਼ ਦਿੱਤੀ ਵੀ ਸਾਰਾ ਪੰਥ ਸੁਣੇਗਾ। ਕੀ ਹੈ ਭਈ ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਹੁਕਮਨਾਮਾ ਸਾਹਿਬ ਲਵੋ। ਜਦੋਂ ਬਾਬਾ ਬੁੱਢਾ ਸਾਹਿਬ ਜੀ ਕਿੰਨੇ ਕਰਮਾਂ ਵਾਲੇ ਖਾਨ, ਪਹਿਲੀ ਵਾਰੀ ਸੀਸ ਤੇ ਬਿਰਾਜਮਾਨ ਕਰਨਾ, ਪ੍ਰਕਾਸ਼ ਕਰਨਾ ਤੇ ਉਹਨਾਂ ਦੇ ਹੱਥਾਂ ਦੀ ਸੇਵਾ ਮਹਾਰਾਜ ਨੇ ਦਿੱਤੀ। ਜ਼ੁਬਾਨ ਤੋਂ ਹੁਕਮਨਾਮਾ ਲੈਣਾ, ਉਹਨਾਂ ਨੂੰ ਵਡਿਆਈ ਦਿੱਤੀ। ਤੋ ਪ੍ਰਿੰਸੀਪਲ ਸਤਬੀਰ ਸਿੰਘ ਤੇ ਕੁਛ ਵਿਦਵਾਨ ਕਹਿੰਦੇ ਪਹਿਲੀ ਵਾਰੀ ਹੁਕਮ ਆਇਆ ਸੀ ਵਿੱਚ ਕਰਤਾ ਪੁਰਖ ਖਲੋਆ, ਵਾਲ ਨਵਿੰਗਾ ਖੋਆ, ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲਬਿਕ ਨਾਸੇ। ਕੁਛ ਵਿਦਵਾਨ ਕਹਿੰਦੇ ਉਸ ਦਿਨ ਹੁਕਮ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਹੁਕਮ ਉਹ ਆਵੇ, ਹੁਕਮ ਆਇਆ ਏ ਸਭਨਾਂ ਦਾ ਸੀ ਚੁੱਕਿਆ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ। ਗੁਰੂ ਕੇ ਪਿਆਰਿਓ, ਪਰ ਜਦੋਂ ਪਹਿਲਾ ਪ੍ਰਕਾਸ਼ ਹੋਇਆ ਏ ਖੰਡਾਂ ਬ੍ਰਹਿਮੰਡਾਂ ਵਿੱਚ ਇਸ ਖੁਸ਼ੀ ਨੂੰ ਮਾਣਿਆ ਗਿਆ ਏ। ਜੁਗਾਂ ਤੱਕ ਅਸੀਂ ਇਸ ਖੁਸ਼ੀਆਂ ਭਰੀ ਜਿਹੜੀ ਘਟਨਾ ਏ ਇਹਨੂੰ ਮਾਣਾਂਗੇ। ਸੱਚਮੁੱਚ ਇਸ ਸਤਿਗੁਰਾਂ ਦੇ ਪ੍ਰਕਾਸ਼ ਦਿਖਾੜੇ ਦਾ ਲਾਭ ਸਾਨੂੰ ਤਦੀ ਹੋਏਗਾ ਜੇ ਆਪਾਂ ਸਤਿਗੁਰਾਂ ਕੇ ਬਚਨ ਕਮਾਵਾਂਗੇ। ਕੁਝ ਸਵਾਲ ਨੇ ਜਿਹੜੇ ਇਸ ਤੋਂ ਅੱਗੇ ਜਿਨ੍ਹਾਂ ਦੀ ਸਾਂਝ ਪਾਣੀ ਜ਼ਰੂਰੀ ਹੈ, ਉਹ ਅਸੀਂ ਅਗਲੇ ਦੀਵਾਨ ਵਿੱਚ ਸਾਂਝੇ ਕਰਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਬੋਲਦੇ ਹਨ। ਸਾਡੀ ਆਦਤ ਹੈ ਨਾ, ਕੋਈ ਬੰਦਾ ਬੋਲਦਾ ਹੈ ਸਤਿਗੁਰੂ ਇੱਦਾਂ ਬੋਲਣ, ਕਿਉਂ ਨਹੀਂ? ਉਹ ਤਾਂ ਬਚਨ ਕਰਦੇ ਨੇ ਹਮੇਸ਼ਾ। ਉਹ ਕਿਵੇਂ ਕਰਦੇ ਨੇ ਦਰਸ਼ਨ ਕਰਾਂਗੇ। ਭਗਤਾਂ ਦੀ ਬਾਣੀ ਕਿਉਂ ਵਿੱਚ ਅੰਕਿਤ ਕੀਤੀ ਗਈ, ਇਹਦੇ 'ਤੇ ਵੀ ਆਪਾਂ ਵਿਚਾਰ ਕਰਾਂਗੇ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸਿਫਤੋ ਸਲਾਹ ਅੰਦਰ ਭੱਟਾਂ ਨੇ ਬਚਨ ਉਚਾਰਨ ਕੀਤੇ ਕਿ ਆਪਣੇ ਕੀ ਸਰੀਰ ਦੀ ਸਿਫਤ ਪੁੱਛਿਆ ਜਾਂਦਾ ਹੈ, ਕਰਵਾਰੇ ਸਨ ਕਿਉਂ? ਇਹਨਾਂ ਗੱਲਾਂ 'ਤੇ ਕੁਝ ਹੋਰ ਐਖੋ ਜਾਏ ਪਿਆਰਿਓ ਸਤਿਗੁਰੂ ਸਾਹਿਬਾਨ ਬਾਰੇ ਬਚਨ, ਉਹਨਾਂ ਦੀ ਦਿੱਤੀ ਹੋਈ ਬੁੱਧ ਮੁਤਾਬਕ ਆਪਾਂ ਵਿਚਾਰਾਂਗੇ। ਅੱਜ ਆਪ ਸਾਰੇ ਪੰਥ ਨੂੰ, ਸਾਰੇ ਜਗਤ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ
ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਮਿਹਰਾਂ ਕਰਨ, ਜਿਵੇਂ ਉੱਥੇ ਪ੍ਰਕਾਸ਼ ਕੀਤੇ ਹਰਿਮੰਦਰ ਸਾਹਿਬ, ਸਾਡੇ ਅੰਦਰ ਪ੍ਰਕਾਸ਼ ਹੋ ਜਾਣ। ਅਸੀਂ ਹਨੇਰੇ ਦਾ ਨਾ ਜੀਵੀਏ, ਪ੍ਰਕਾਸ਼ ਵਿੱਚ ਜੀਵੀਏ। ਹਨੇਰੇ ਵਿੱਚ ਠੋਕਰਾਂ ਪੈਂਦੀਆਂ ਨੇ, ਪ੍ਰਕਾਸ਼ ਵਿੱਚ ਦੌੜੇ ਜਾਈਦਾ। ਸਾਨੂੰ ਠੋਕਰਾਂ ਨਾ ਪੈਣ, ਉਹਨਾਂ ਦੇ ਦਿੱਤੇ ਹੋਏ ਸੱਚ ਦੇ ਪ੍ਰਕਾਸ਼ ਵਿੱਚ ਤੁਰੀਏ ਅਤੇ ਭੱਜੇ ਜਾਈਏ ਕਿੱਥੇ? ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ। ਅਤੇ ਸਾਨੂੰ ਸਤਿਗੁਰੂ ਜੀ ਕਹਿੰਦੇ ਉਹ ਕਿਵੇਂ ਹੋਏਗਾ? ਬਚਨ ਕਰਦੇ ਨੇ ਆਪ ਹੀ, ਕਹਿੰਦੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਮ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਸਾਹਿਬ ਕਹਿੰਦੇ ਅੰਦਰੋਂ ਗੁਰੂ ਨੂੰ ਅਰਾਧੀਏ, ਨੇਤਰਾਂ ਨਾਲ ਦਰਸ਼ਨ ਕਰੀਏ, ਜ਼ੁਬਾਨ ਨਾਲ ਜਪੀਏ, ਕੰਨਾਂ ਨਾਲ ਸੁਣੀਏ, ਸਤਿਗੁਰੂ ਦੇ ਪਿਆਰਾਂ ਦਾ ਰੰਗ ਚਾੜੀਏ ਅਤੇ ਉਹਦੇ ਨਾਲ ਦਰਗਾਹ 'ਚ ਥਾਂ ਮਿਲਦੀ ਏ। ਜਿਵੇਂ ਸਤਿਗੁਰੂ ਜੀ ਮਿਹਰਾਂ ਕਰਨਗੇ, ਵਿਚਾਰ ਕਰਾਂਗੇ। ਅੱਜ ਇਨੀ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।